ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਜਿਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ। ਦੁਖ ਬਿਸਾਰਨ ਸੇਵਿਆ, ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ, ਜੋ ਪਿਛਲੇਰੇ ਕਈ ਦਿਨਾਂ ਤੋਂ ਅੰਮ੍ਰਿਤਮਈ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਲੜੀਵਾਰ ਆਪਾਂ ਕਰਦੇ ਆ ਰਹੇ ਹਾਂ। ਜੋ ਗੁਰੂ ਕਿਰਪਾ ਸਦਕਾ ਕੱਲ ਆਪਾਂ ਵਿਚਾਰ ਦਸ ਪੌੜੀਆਂ ਤੱਕਰ ਕੀਤੀ ਸੀ ਕਿ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਕੀ ਫਰਮਾਨ ਦਿੱਤਾ ਹੈ। ਅੱਠ ਪੌੜੀਆਂ ਤੱਕਰ ਵਿਚਾਰ ਆਪਾਂ ਕੱਲ ਕਰ ਚੁੱਕੇ ਹਾਂ। ਇਸ ਤੋਂ ਅਗਲੇਰੀ ਵਿਚਾਰ ਗੁਰੂ ਕਿਰਪਾ ਸਦਕਾ ਅੱਜ ਆਪਾਂ ਕਰਨੀ ਹੈ। ਇਸ ਵਾਸਤੇ ਆਪ ਸਮੂਹ ਸਾਧ ਸੰਗਤ ਗੁਰਮਤਿ ਵਿਚਾਰਾਂ ਦੀ ਪ੍ਰਾਰੰਭਤਾ ਦੀ ਆਸੀਸ ਬਖਸ਼ੋ, ਤੇ ਜਿਹੜੀ ਸੰਗਤ ਘਰਾਂ ਦੇ ਵਿੱਚ ਬੈਠ ਕਰਕੇ ਵੀ ਗੁਰੂ ਕੀ ਵਿਚਾਰ ਨੂੰ ਸ਼ਰਵਣ ਕਰ ਰਹੀ ਹੈ, ਉਹ ਵੀ ਆਪਣੇ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰਮਤਿ ਵਿਚਾਰਾਂ ਦੀ ਪ੍ਰਾਰੰਭਤਾ ਦੀ ਆਸੀਸ ਦੇਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਕੱਲ ਆਪਾਂ ਵਿਚਾਰ ਰਹੇ ਸੀ ਕਿ ਭਾਵੇਂ ਮਨੁੱਖ ਦੀ ਜਿਹੜੀ ਉਮਰ ਹੈ ਉਹ ਕਿੰਨੀ ਲੰਬੇਰੀ ਕਿਉਂ ਨਾ ਹੋ ਜਾਵੇ, ਕੱਲੀ ਉਮਰ ਦੀ ਹੀ ਗੱਲ ਨਹੀਂ। ਗੁਰੂ ਨਾਨਕ ਸਭ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਿ ਉਸ ਬੰਦੇ ਦਾ ਜਿਹੜਾ ਨਾਮੜਾ ਹੈ, ਨਾਮ ਹੈ, ਉਹ ਵੀ ਦੁਨੀਆ ਦੇ ਵਿੱਚ ਚੱਲਦਾ ਹੋਵੇ, ਦੁਨੀਆ ਦੇ ਵਿੱਚ ਉਹਦੇ ਨਾਮ ਦਾ ਜਿਹੜਾ ਡੰਕਾ ਵੱਜਦਾ ਹੋਵੇ,
ਪਰ ਜੇ ਉਸ ਬੰਦੇ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈ, ਬੰਦਗੀ ਨਹੀਂ ਕਰਦਾ, ਪਰਮਾਤਮਾ ਦੇ ਨਾਮ ਨੂੰ ਸੁਣਦਾ ਨਹੀਂ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ, ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਉਸ ਮਨੁੱਖ ਦੇ ਉੱਪਰ ਸਾਧ ਸੰਗਤ ਜੀ ਨੀਵਿਆਂ ਤੋਂ ਨੀਵੇਂ ਕੀੜੇ ਦਾ ਜਿਹੜਾ ਦੋਸ਼ ਹੈ ਉਹ ਲਗਾ ਕਰਕੇ, ਜਿਹੜਾ ਦੋਸ਼ ਗਣਾ ਕਰਕੇ ਉਹਨੂੰ ਦੋਸ਼ੀ ਥਾਪਿਆ ਜਾਂਦਾ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਇਸ ਤੋਂ ਅਗਲੇਰੀ ਪੌੜੀ ਦੇ ਵਿੱਚ ਜਿਹੜੀਆਂ 4 ਪੌੜੀਆਂ ਸੁਣਿਆ ਦੀਆਂ ਹਨ, ਇਹ 4 ਪੌੜੀਆਂ ਸੁਣਨ ਦੀਆਂ ਹੈ ਤੇ ਇਸ ਤੋਂ ਅਗਲੀਆਂ 4 ਪੌੜੀਆਂ ਮੰਨਣ ਦੀਆਂ ਹੈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਜਿਨ੍ਹਾਂ ਨੇ ਵੀ ਅੰਮ੍ਰਿਤ ਰੂਪੀ ਨਾਮ ਨੂੰ ਸੁਣਿਆ ਹੈ, ਅੰਮ੍ਰਿਤ ਰੂਪੀ ਨਾਮ ਦੀ ਜਿਹੜੀ ਬੰਦਗੀ ਕੀਤੀ ਹੈ, ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਪਹਿਲੀ ਤਾਂ ਗੱਲ ਹੈ ਕਿ ਸਾਡੇ ਵਾਸਤੇ ਸੁਣਨਾ ਬਹੁਤ ਜ਼ਰੂਰੀ ਹੈ। ਸਾਧ ਸੰਗਤ ਜੀਓ, ਕੱਲ ਆਪਾਂ ਇਸ ਸੰਬੰਧੀ 1-2 ਉਦਾਹਰਨਾਂ ਲਈਆਂ ਸਨ ਕਿ ਆਪਾਂ ਸੁਣਨਾ ਕੀ ਹੈ। ਜਿਵੇਂ ਕਿ ਜਿਹੜੇ ਸਾਡੇ ਇਹ ਸੁਣਨ ਵਾਲੇ ਸਰੋਤ ਹੈ, ਕੰਨ ਹੈ, ਇਹ ਇੱਕ ਕਟੋਰੀਆਂ ਦੀ ਤਰ੍ਹਾਂ ਹੈ, ਇੱਕ ਕੌਲ ਦੀ ਤਰ੍ਹਾਂ ਹੈ। ਜਿਹੋ ਜਿਹਾ ਆਪਾਂ ਇਹਨਾਂ ਦੇ ਅੰਦਰ ਚੀਜ਼ ਪਾਵਾਂਗੇ, ਇਹੋ ਜਿਹੀ ਜਾ ਕੇ ਜਿਹੜੀ ਇਹ ਅੱਗੇ ਵਰਤਾਂਦੀ ਹੈ। ਭਾਵ ਕਿ ਜਿਹੋ ਜਿਹਾ ਕੰਨਾਂ ਦੇ ਨਾਲ ਆਪਾਂ ਸੁਣਾਂਗੇ ਤੇ ਜਿਹੜੀ ਸਾਡੀ ਰਸਨਾ ਹੈ, ਜੀਵ ਹੈ, ਇਹ ਉਹੋ ਜਿਹਾ ਹੀ ਅੱਗੇ ਜਾ ਕੇ ਵਰਤਾਰਾ ਕਰੇਗੀ। ਜੇ ਕੰਨਾਂ ਦੇ ਨਾਲ ਵਧੀਆ ਬੋਲ ਸੁਣਾਂਗੇ, ਚੰਗੇ ਸ਼ਬਦ ਸੁਣਾਂਗੇ, ਗਿਆਨ ਸੁਣਾਂਗੇ ਤੇ ਸਾਡੀ ਜਿਹੜੀ ਰਸਨਾ ਹੈ ਉਹ ਗਿਆਨ ਦੀ ਗੱਲ ਕਰੇਗੀ। ਤੇ ਜੇ ਆਪਾਂ ਇਹਨਾਂ ਕੰਨਾਂ ਦੇ ਨਾਲ ਮੰਦੇ ਬੋਲ ਸੁਣੇ ਤੇ ਜਿਹੜੀ ਸਾਡੀ ਇਹ ਜੀਵ ਹੈ, ਅਗਾਂਹ ਜਾ ਕੇ ਵੀ ਸਾਧ ਸੰਗਤ ਜੀ ਇਹ ਮੰਦੇ ਬੋਲ ਹੀ ਬੋਲੇਗੀ। ਪਰ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਸੁਣਨਾ ਅਤ ਲਾਜ਼ਮੀ ਹੈ। ਤੇ ਜਿਹੜੇ ਬੰਦੇ ਪਰਮਾਤਮਾ ਦੇ ਨਾਮ ਨੂੰ ਸੁਣਦੇ ਹਨ, ਜਦੋਂ ਵੀ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਜਦੋਂ ਵੀ ਮੰਨਣ ਦੀ ਗੱਲ ਆਉਂਦੀ ਹੈ, ਮੰਨਣ ਤੋਂ ਪਹਿਲਾਂ ਸੁਣਨ ਦੀ ਗੱਲ ਕੀਤੀ ਗਈ ਹੈ। ਜਿਵੇਂ ਪਾਤਸ਼ਾਹ ਜੀ ਆਖਦੇ, ਨਾਮ ਨਿਰੰਜਨ ਨਿਰਮਲਾ ਸੁਣੀਐ ਸਿੱਖ ਸਹੀ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਜਿਹੜਾ ਪਰਮਾਤਮਾ ਦਾ ਨਾਮ ਹੈ, ਮਹਾਰਾਜ ਕਹਿੰਦੇ ਇਹ ਨਿਰਮਲ ਹੈ, ਬਿਲਕੁਲ ਪਵਿੱਤਰ ਹੈ। ਇਹਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਸਾਧ ਸੰਗਤ ਜੀ ਮੈਲ ਨਹੀਂ ਲੱਗੀ ਹੋਈ, ਮੈਲਾ ਨਹੀਂ ਹੈ, ਬਿਲਕੁਲ ਨਿਰਮਲ, ਪਵਿੱਤਰ, ਸ਼ੁੱਧ ਇਹ ਪਰਮਾਤਮਾ ਦਾ ਨਾਮ ਹੈ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਸੁਣੀਐ ਸੁਖ ਹੋਈ। ਤੇ ਜਿਹੜਾ ਵੀ ਫਿਰ ਇਸ ਪਰਮਾਤਮਾ ਦੇ ਨਾਮ ਨੂੰ ਸੁਣਦਾ ਹੈ, ਸਤਿਗੁਰੂ ਜੀ ਆਖਦੇ ਨੇ ਉਹਦੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਂਦਾ ਹੈ। ਸੁਣ ਸੁਣ ਮਨ ਵਸਾਈਐ ਬੁੱਝੈ ਜਨ ਕੋਈ। ਜਿੱਥੇ ਇਹਨੂੰ ਸੁਣਨਾ ਹੈ, ਸੁਣਨ ਦੇ ਨਾਲ ਇਹਨੂੰ ਆਪਣੇ ਮਨ ਦੇ ਅੰਦਰ ਵਸਾਣਾ ਵੀ ਅਤ ਲਾਜ਼ਮੀ ਹੈ।
ਜੇ ਆਪਾਂ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਨੂੰ ਸੁਣਨਾ ਹੈ, ਪਰਮਾਤਮਾ ਦੇ ਨਾਮ ਨੂੰ ਸੁਣਾਂਗੇ, ਉਹਨੂੰ ਆਪਣੇ ਹਿਰਦੇ ਦੇ ਅੰਦਰ ਵੀ ਵਸਾਣਾ ਪਵੇਗਾ। ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਆਖਣ ਸੁਣਨਾ ਪਾਉਣ ਕੀ ਬਾਣੀ। ਇੱਕ ਦੋ ਉਦਾਹਰਨਾਂ ਸੁਣਨ ਦੇ ਸੰਬੰਧ ਵਿੱਚ ਸਾਧ ਸੰਗਤ ਜੀ ਆਪਾਂ ਦੇਖ ਲਈਏ ਕਿ ਸੁਣਨਾ ਕਿੰਨਾ ਕੁ ਲਾਜ਼ਮੀ ਹੈ। ਪਾਤਸ਼ਾਹ ਜੀ ਆਖਦੇ ਨੇ, ਆਖਣ ਸੁਣਨਾ ਪਾਉਣ ਕੀ ਬਾਣੀ, ਇਹੋ ਮਨ ਰੱਤਾ ਮਾਇਆ, ਖਸਮ ਕੀ ਨਦਰ ਦਿਲਹਿ ਪਸੰਦੇ, ਜਿਨੀ ਕਰ ਏਕ ਧਿਆਇਆ। ਸਾਧ ਸੰਗਤ ਜੀ ਸੁਣਨ ਦੀ ਗੱਲ ਗੁਰਬਾਣੀ ਨੇ ਵਾਰ-ਵਾਰ ਕੀਤੀ ਹੈ ਕਿ ਆਪਾਂ ਪਰਮਾਤਮਾ ਦੇ ਨਾਮ ਨੂੰ ਸੁਣੀਏ, ਪਰਮਾਤਮਾ ਦੇ ਨਾਮ ਨੂੰ ਜਪੀਏ। ਤੇ ਇਸੇ ਕਰਕੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਵੀ ਇਹ ਬਚਨ ਕੀਤਾ ਹੈ। ਪਾਤਸ਼ਾਹ ਜੀ ਆਖਦੇ ਨੇ, ਹਰ ਸਿਮਰਨ ਕਰ ਭਗਤ ਪ੍ਰਗਟਾਏ। ਜਿਹੜਾ ਆਪਾਂ ਪਰਮਾਤਮਾ ਦਾ ਨਾਮ ਸੁਣਦੇ ਹਾਂ ਇਹ ਅਜਾਇਆ ਨਹੀਂ ਜਾਣ ਵਾਲਾ। ਜਿਵੇਂ ਆਪਾਂ ਸੰਸਾਰ ਦੀਆਂ ਫੋਕੀਆਂ ਗੱਲਾਂ ਸੁਣਦੇ ਹਾਂ, ਇਹ ਉਸ ਤਰ੍ਹਾਂ ਨਹੀਂ ਹੈ। ਜਿਹੜਾ ਵੀ ਕੋਈ ਮਨ ਚਿੱਤ ਹੋ ਕੇ ਸਾਧ ਸੰਗਤ ਜੀ ਪਰਮਾਤਮਾ ਦੇ ਗਿਆਨ ਨੂੰ ਸੁਣਦਾ ਹੈ, ਨਾਮ ਨੂੰ ਸੁਣਦਾ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਨੇ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ। ਆਪਾਂ ਹੁਣੇ ਪੜ੍ਹਦੇ ਸੁਣੇ ਐ ਸਿੱਧ ਪੀਰ ਸੁਰਨਾਥ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਨੇ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਨੇ, ਭਾਵੇਂ ਕਿ ਦੁਨੀਆ ਦੇ ਵਿੱਚ ਕੋਈ ਨੀਚ ਹੋਵੇ, ਕੋਈ ਸਾਧ ਸੰਗਤ ਜੀ ਇਹੋ ਜਿਹਾ ਬੰਦਾ, ਇਹੋ ਜਿਹਾ ਮਨੁੱਖ ਹੋਵੇ ਜਿਹਨੂੰ ਦੁਨੀਆ ਆਖਦੇ ਕਿ ਇਹ ਬੜਾ ਨੀਵਾਂ ਹੈ, ਪਰ ਮਹਾਰਾਜ ਕਹਿੰਦੇ ਜਦੋਂ ਉਹ ਪਰਮਾਤਮਾ ਦਾ ਨਾਮ ਸੁਣੇਗਾ, ਪਰਮਾਤਮਾ ਦੀ ਬੰਦਗੀ ਕਰੇਗਾ, ਨੀਚ ਚਹੁ ਕੁੰਟ ਜਾਤੇ। ਮਹਾਰਾਜ ਕਹਿੰਦੇ ਚੌਹਾਂ ਕੁੰਟਾਂ ਦੇ ਵਿੱਚ, ਧਰਤੀ ਦੇ ਚਾਰੇ ਕੋਨਿਆਂ ਦੇ ਵਿੱਚ ਉਹਦੀ ਜਿਹੜੀ ਜੈ ਜੈਕਾਰ ਹੋਣ ਲੱਗ ਪੈਂਦੀ ਹੈ। ਪਰਮਾਤਮਾ ਦੇ ਨਾਮ ਦੇ ਅੰਦਰ ਇਹ ਤਾਕਤ ਹੈ, ਇਹ ਬਖਸ਼ਿਸ਼ ਹੈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਇਸੇ ਤਰ੍ਹਾਂ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਹੋਰ ਵੀ ਖੁਲਾਸੇ ਕੀਤੇ ਹੈ। ਪਾਤਸ਼ਾਹ ਜੀ ਆਖਦੇ ਨੇ, ਖੇਮ ਸ਼ਾਂਤ ਰਿੱਧ ਨਵ ਨਿੱਧ, ਬੁੱਧ ਗਿਆਨ ਸਰਬ ਤਹਿ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਊਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਵੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਨੇ। ਜਿਹੜਾ ਵੀ ਆਪਣੇ ਮੁਖ ਤੋਂ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ, ਜਿਹੜੀਆਂ ਆਪਾਂ ਹੁਣੇ ਸਾਧ ਸੰਗਤ ਜੀ ਬੇਨਤੀ ਕੀਤੀ, ਖੇਮ ਸ਼ਾਂਤ ਰਿੱਧ ਨਵ ਨਿੱਧ, ਬੁੱਧ ਗਿਆਨ ਸਰਬ ਤਹਿ ਸਿੱਧ, ਜਿਹੜਾ ਵੀ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ, ਸਾਧ ਸੰਗਤ ਜੀ ਹਿਰਦੇ ਦੇ ਅੰਦਰ ਸ਼ਾਂਤੀ ਇਕਾਗਰਤਾ ਆਉਂਦੀ ਹੈ, ਰਿੱਧੀਆਂ ਸਿੱਧੀਆਂ ਦਾ ਉਹ ਬੰਦਾ ਮਾਲਕ ਬਣ ਜਾਂਦਾ ਹੈ। ਤੇ ਸਾਧ ਸੰਗਤ ਜੀ ਬੇਅੰਤ ਜਿਹੜੀਆਂ ਬਖਸ਼ਿਸ਼ਾਂ ਹੈ ਉਸ ਮਨੁੱਖ ਦੇ ਉੱਪਰ ਸਤਿਗੁਰੂ ਜੀ ਕਰਦੇ ਨੇ, ਜਿਹੜਾ ਬੰਦਾ ਆਪਣੇ ਸਾਧ ਸੰਗਤ ਜੀ ਕੰਨਾਂ ਤੋਂ ਪਰਮਾਤਮਾ ਦੇ ਨਾਮ ਨੂੰ ਸੁਣਦਾ ਹੈ। ਪਹਿਲੀ ਗੱਲ ਹੈ ਸੁਣਨ ਦੀ। ਇਸੇ ਕਰਕੇ ਸਾਹਿਬ ਜੀ ਆਖਦੇ ਨੇ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਮਹਾਰਾਜ ਕਹਿੰਦੇ ਪਹਿਲਾਂ ਸੁਣ ਤੇ ਫਿਰ ਕਹਿ।
मैं वार वार बेनती करदा पिया कि सुनना साडे वास्ते बहुत लाजमी है। गुरु अमरदास महाराज आखदे ने, ए श्रवणो मेरियो हर साचै सुननै नो पठाए, साचै सुननै नो पठाए, शरीर लाए सुनहो सत बाणी। महाराज कहते जदों सतगुरु गुरु अमरदास महाराज जी ने अपने कन्नां दी गल कीती ना, सानू समझाण वास्ते महाराज आखदे ने, ए श्रवणो मेरियो साचै सुननै नौ पठाए। महाराज कहते सच्चे गल नूं सच्चे नाम नूं सुनन वास्ते अकाल पुरख ने इस साडी बॉडी दे नाल जिहड़ी एक कन्ना वाली साध संगत जी एक खेड है, कंन लगाए हुए ने। पातशाह जी आखदे ने साचै सुननै नो पठाए, शरीर लाए ते सुनना की है जी, सुनहो सत बाणी। बाणी सुन दे नाल की होवेगा? महाराज कहते जित सुनिया मन तन हरिया होवे, रसना रस समाणी। जिन्हों सुन दे नाल जिहड़ा साडा मन तन है, पातशाह जी आखदे ने ये हरिया हो जावे। जिन्हों आपां आखदे नानक भगता सदा विगास। परमात्मा दे नाम नूं सुनदे नाल साडे मन दे अंदर विगास आंदा है, खेड़ा आंदा है। ते साध संगत जीओ इसे करके आखदे ने मन तन हरिया होवे। भाव के सुनना अत लाजमी है। एक छोटी जी उदाहरण आप जी दे समक्ष रखिया इस गल नूं समझण वास्ते कि जदों आपां परमात्मा दा नाम सुनदे हां ते सुनना किदां चाहीदा है, क्योंकि हिरदे दे अंदर वसना चाहिदा है। साध संगत जी एक विक्रमाजीत होया है ते आप जी अक्सर जिहड़ियां उहदियां कहानियां वो किते ना किते सुनते रहंदे हो। विक्रमाजीत दे दरबार दे विच एक मूर्ति दा कारीगर जिहड़ा मूर्तियां बनांदा सी ना, वो साध संगत जी 3 मूर्तियां बना के लेके आया ते आके उन्होंने दरबार दे विच विक्रमाजीत नूं ये गल आखण लग्या कि राजान, मैं सुनिया कि तेरे दरबार दे विच जिहड़ी न्याय दी गल हुंदी है, तेरा फैसला बड़ा सही हुंदा है। ते अज मैं तेरे कोलों एक न्याय मंगण वास्ते आया हाँ। ते विक्रमाजीत आखदा है कि किस तरह का न्याय चाहिदा, तेरे नाल किहड़ा धोखा फरेब होया, किहड़ा किसी ने तेरे नाल माड़ा कीता। वो आखण लग्या किसी ने मेरे नाल ना धोखा कीता ना माड़ा कीता है। ते उस वक्त विक्रमाजीत नूं ओ जिहड़ा कारीगर सी ना मूर्तियां दा, वो आखण लग्या कि मैं आ 3 मूर्तियां बनाईयां है ते तिन्ने मूर्तियां जिहड़ी उन्हां दी शक्ल है वो बिल्कुल सेम है, बिल्कुल ही। ते इत्थे तकर वो बंदा आखदा शक्ल भी सेम है इन्हां दी, ते जेड़ा जे आपां इन्हां नूं जोखना होवे जेड़ा इहदा वजन है वो भी बिल्कुल बराबर है, वजन भी बराबर है ते शक्ल भी सेम है। पर जेड़ा इन्हां दे अंदर अंतर है ते जे तां ओ तुसीं दस दिता फिर तां मैं सोचांगा कि तुसीं बिल्कुल एक पूरे राजा हो, तुहानूं फैसला करन दा पता है, तुहाडे दरबार दे विच न्याय हुंदा है। विक्रमाजीत साध संगत जी वो सोचण लग्या कि मूर्तियां भी इक्को जिहियां, नैन नक्श भी इक्को जिहे बनाए हुए है ते वजन भी इक्को जिहा, किहड़ा फर्क होवेगा इन्हां अंदर। ते उन्हें अपने वजीर साध संगत जी, उहदा नाम सी कालीदास, उहनूं बुलाया। विक्रमाजीत आखदा है कि कालीदास तूं देख कि इन्हां मूर्तियां दे अंदर किहड़ी इहो जी न्याय दी गल है जिहड़ा ये बंदा साडे कोल आके तरला लैंदा पिया कि इहदे नाल न्याय कीता जावे। ते जदों वो साध संगत जी कालीदास उन्हें आके मूर्तियां नूं चंगी तरह देखिया, उहदे भी कोई इहो जी बहुती गल पल्ले ना पई
ਤੇ ਬਿਕਰਮਾਜੀਤ ਆਪਣੀ ਤਖਤ ਦੇ ਉੱਪਰੋਂ ਉੱਠਿਆ, ਮੂਰਤੀਆਂ ਨੂੰ ਆ ਕੇ ਉਹਨੇ ਵੀ ਧਿਆਨ ਦੇ ਨਾਲ ਦੇਖਿਆ ਤੇ ਕਾਲੀਦਾਸ ਨੂੰ ਸਾਧ ਸੰਗਤ ਜੀ ਗੱਲ ਆਖਣ ਲੱਗਿਆ, ਕਹਿੰਦਾ ਇੰਜ ਕਰ, ਤੂੰ ਨਾ ਬਰੀਕ ਤੀਲੇ ਜਿਹੜੇ ਉਹ ਲੈ ਕੇ ਆ। ਜਿਵੇਂ ਸਮਝਣ ਵਾਸਤੇ ਬੇਨਤੀ ਕਰਾਂ ਕਿ ਆ ਜਿਹੜਾ ਰੜਕਾ ਹੁੰਦਾ ਮਾਂਜਾ ਸਾਫ਼ ਕਰਨ ਵਾਲਾ, ਇਹਦੇ ਤੀਲੇ ਹੁੰਦੇ, ਕਹਿੰਦੇ ਇਹੋ ਜਿਹੇ ਬਰੀਕ ਤੀਲੇ ਲੈ ਕੇ ਆ। ਤੇ ਜਦੋਂ ਉਹ ਜਿਹੜੀਆਂ ਤੀਲੀਆਂ ਸੀ ਲੈ ਕੇ ਆਇਆ ਨਾ, ਬਿਕਰਮਾਜੀਤ ਨੇ ਇੱਕ ਮੂਰਤੀ ਦੇ ਕੰਨ ਦੇ ਵਿੱਚ ਉਸ ਤੀਲੇ ਨੂੰ ਪਾਇਆ ਤੇ ਇੱਕ ਸਾਈਡ ਤੋਂ ਪਾਇਆ, ਦੂਸਰੇ ਕੰਨ ਤੋਂ ਉਹ ਜਿਹੜਾ ਤੀਲਾ ਸੀ ਬਾਹਰ ਹੋ ਗਿਆ। ਤੇ ਇਸੇ ਤਰ੍ਹਾਂ ਉਹਨੇ ਦੂਸਰੀ ਮੂਰਤੀ ਦੇ ਨਾਲ ਕੀਤਾ। ਦੂਸਰੇ ਮੂਰਤੀ ਦੇ ਫਿਰ ਉਹਨੇ ਕੰਨ ਦੇ ਵਿੱਚ ਤੀਲਾ ਪਾਇਆ ਤੇ ਤੀਲਾ ਜਿਸ ਵਕਤ ਪਾਇਆ ਸਾਧ ਸੰਗਤ ਜੀ, ਉਹ ਮੂੰਹ ਦੇ ਰਾਹੀਂ ਉਹ ਜਿਹੜਾ ਤੀਲਾ ਸੀ ਉਹ ਬਾਹਰ ਆ ਗਿਆ। ਤੇ ਜਦੋਂ ਉਹ ਤੀਸਰੀ ਮੂਰਤੀ ਦੇ ਵਿੱਚ ਜਾ ਕੇ ਤੀਲਾ ਪਾਇਆ ਸਾਧ ਸੰਗਤ ਜੀ, ਉਹ ਜਿਹੜਾ ਤੀਲਾ ਸੀ ਨਾ ਉਹ ਅੰਦਰ ਹੀ ਚਲਾ ਗਿਆ, ਸਮਾ ਗਿਆ, ਭਾਵ ਕਿ ਨਾ ਕੰਨ ਰਾਹੀਂ ਬਾਹਰ ਆਇਆ ਤੇ ਨਾ ਮੂੰਹ ਰਾਹੀਂ ਬਾਹਰ ਆਇਆ। ਤੇ ਉਸ ਵਕਤ ਰਾਜਾ ਬਿਕਰਮਾਜੀਤ ਉਸ ਮੂਰਤੀ ਵਾਲੇ ਨੂੰ ਆਖਣ ਲੱਗਿਆ, ਆ ਜਿਹੜਾ ਪਹਿਲੀ ਮੂਰਤੀ ਸੀ ਜਿਹਦੇ ਕੰਨ ਦੇ ਵਿੱਚ ਤੀਲਾ ਪਾਇਆ ਸੀ, ਇੱਕ ਸਾਈਡ ਤੋਂ ਪਾਇਆ, ਦੂਸਰੇ ਕੰਨ ਦੇ ਵਿੱਚੋਂ ਬਾਹਰ ਚਲ ਗਿਆ, ਇਸ ਮੂਰਤੀ ਦੀ ਤੇਰੀ ਕੋਈ ਕੀਮਤ ਨਹੀਂ ਹੈ। ਬਿਕਰਮਾਜੀਤ ਆਖਣ ਲੱਗਿਆ, ਇਹ ਮੂਰਤੀ ਦੀ ਕੋਈ ਕੀਮਤ ਨਹੀਂ ਹੈ। ਤੇ ਜਿਹੜੀ ਦੂਸਰੀ ਮੂਰਤੀ ਸੀ ਜਿਹਦੇ ਕੰਨ ਦੇ ਵਿੱਚ ਤੀਲਾ ਪਾਇਆ ਤੇ ਸਾਧ ਸੰਗਤ ਜੀ ਮੂੰਹ ਰਾਹੀਂ ਬਾਹਰ ਆ ਗਿਆ, ਬਿਕਰਮਾਜੀਤ ਆਖਣ ਲੱਗਿਆ ਇਹਦੀ ਕੀਮਤ ਹੈ। ਪਰ ਜਿਹੜੀ ਤੀਸਰੀ ਮੂਰਤੀ ਹੈ ਜਿਹਦੇ ਵਿੱਚੋਂ ਤੀਲਾ ਬਾਹਰ ਨਹੀਂ ਆਇਆ, ਉਸ ਵਕਤ ਬਿਕਰਮਾਜੀਤ ਆਖਣ ਲੱਗਿਆ ਇਹਦੀ ਕੋਈ ਕੀਮਤ ਦੇ ਹੀ ਨਹੀਂ ਸਕਦਾ। ਪਹਿਲੀ ਦੀ ਕੀਮਤ ਕੋਈ ਨਹੀਂ ਹੈ, ਭਾਵ ਕਿ ਬੇਅਰਥ ਹੈ। ਦੂਸਰੀ ਦੀ ਕੀਮਤ ਹੈ ਤੇ ਤੀਸਰੀ ਇੰਨੀ ਕੁ ਵੱਡਮੁੱਲੀ ਹੈ ਜਿਹਦੀ ਕੀਮਤ ਕੋਈ ਨਹੀਂ ਦੇ ਸਕਦਾ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ, ਇੱਕ ਬੰਦੇ ਉਹ ਹੈ ਜਿਹੜੇ ਇੱਕ ਪਾਸੇ ਕੰਨ ਤੋਂ ਗੱਲ ਸੁਣਦੇ ਨੇ, ਦੂਸਰੇ ਕੰਨ ਤੋਂ ਬਾਹਰ ਕੱਢ ਦਿੰਦੇ ਨੇ। ਇਹ ਸਿਰਫ ਇੱਕ ਸਮਝਾਉਣ ਦਾ ਤਰੀਕਾ ਹੈ। ਇੱਕ ਸਾਈਡ ਤੋਂ ਗੱਲ ਸੁਣੀ, ਦੂਸਰੇ ਕੰਨ ਤੋਂ ਬਾਹਰ। ਤੇ ਇੱਕ ਸਾਧ ਸੰਗਤ ਜੀ ਉਹ ਲੋਕ ਹੈ ਜਿਹੜੇ ਆਪਣੇ ਕੰਨਾਂ ਦੇ ਨਾਲ ਸੁਣਦੇ ਨੇ, ਮੂੰਹ ਦੇ ਨਾਲ ਬੋਲਦੇ ਵੀ ਹੈ, ਪਰ ਜੀਵਨ ਦੇ ਵਿੱਚ ਅਸਰ ਕੋਈ ਨਹੀਂ ਹੈ। ਤੇ ਇੱਕ ਉਹ ਲੋਕ ਹੈ ਜਿਹੜੇ ਕੰਨਾਂ ਦੇ ਨਾਲ ਸੁਣ ਕੇ ਸਾਧ ਸੰਗਤ ਜੀ ਆਪਣੇ ਜੀਵਨ ਨੂੰ ਸਾਧਦੇ ਨੇ, ਆਪਣੇ ਜੀਵਨ ਨੂੰ ਸਾਧ ਸੰਗਤ ਜੀ ਸਹੀ ਕਰਦੇ ਨੇ। ਗੁਰੂ ਕਾ ਇੱਕ ਇੱਕ ਉਹਨਾਂ ਦੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਤੇ ਜੇ ਆਪਾਂ ਸਾਧ ਸੰਗਤ ਜੀ ਇਦਾਂ ਨਾ ਕਰ ਸਕੇ, ਕਬੀਰ ਸਾਹਿਬ ਜੀ ਦਾ ਵਚਨ ਹੈ, ਕਬੀਰ ਸਾਹਿਬ ਆਖਣ ਲੱਗੇ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗਈ, ਜਿਉ ਬਾਂਸ ਵਜਾਈਐ ਫੂਕ। ਮਾਰੇ ਕਹਿੰਦੇ ਫਿਰ ਗੁਰੂ ਦਾ ਕਸੂਰ ਥੋੜ੍ਹੇ ਇੱਥੇ। ਜੇ ਸਾਡਾ ਨੇਚਰ ਹੀ ਇਹੋ ਜਿਹਾ ਹੈ ਕਿ ਜਿਵੇਂ ਵਾਂਸ ਦੀ ਪੋਰੀ ਦੇ ਵਿੱਚ ਫੂਕ ਮਾਰੀ, ਜਿਹੜੀ ਵਾਂਸ ਸਾਧ ਸੰਗਤ ਜੀ ਵਿੱਚੋਂ ਖਾਲੀ ਹੁੰਦੀ ਹੈ, ਜਦੋਂ ਆਪਾਂ ਉਹਦੇ ਵਿੱਚ ਫੂਕ ਮਾਰਾਂਗੇ, ਹਵਾ ਮਾਰਾਂਗੇ, ਤੇ ਜਿਹੜੀ ਉਹ ਦੂਸਰੇ ਪਾਸਿਓਂ ਹਵਾ ਬਾਹਰ ਨਿਕਲ ਜਾਂਦੀ ਹੈ। ਤੇ ਜੇ ਸਾਰੀ ਉਮਰ ਆਪਾਂ ਇੱਦਾਂ ਰਹੇ ਕਿ ਇੱਕ ਕੰਨ ਤੋਂ ਸੁਣਿਆ, ਦੂਸਰੇ ਕੰਨ ਤੋਂ ਬਾਹਰ, ਕੋਈ ਪਤਾ ਨਹੀਂ ਹੈ ਬਾਹਰ ਜਾ ਕੇ ਕੀ ਕਰਨਾ ਕੀ ਨਹੀਂ ਕਰਨਾ, ਮਹਾਰਾਜ ਕਹਿੰਦੇ ਫਿਰ ਗੁਰੂ ਦਾ ਕਸੂਰ ਨਹੀਂ ਹੈ, ਇੱਥੇ ਕਸੂਰ ਸਾਡਾ ਆਪਣਾ ਹੈ। ਤੇ ਜੇ ਇੱਕ ਕੰਨ ਤੋਂ ਸੁਣ ਕੇ ਦੂਸਰੇ ਕੰਨ ਤੋਂ ਸਾਧ ਸੰਗਤ ਜੀ ਗੁਰਮਤ ਨੂੰ, ਗਿਆਨ ਨੂੰ ਬਾਹਰ ਕੱਢ ਦਿੱਤਾ, ਗੁਰੂ ਦਾ ਕਸੂਰ ਨਹੀਂ ਹੈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਸੁਣਨਾ ਤੇਰੇ ਵਾਸਤੇ ਅਤ ਲਾਜ਼ਮੀ ਹੈ। ਪੁੱਛੀਏ ਮਹਾਰਾਜ ਜੀ ਨੂੰ, ਮਹਾਰਾਜ ਜੀ ਸੁਣਦੇ ਨਾਲ ਕੀ ਹੋਵੇਗਾ? ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਸੁਣਿਆ ਈਸ਼ਰ ਵਰਮਾ ਇੰਦ, ਕਿਉਂਕਿ ਜਿਹੜੀ ਇਹ ਤੋਂ ਪਹਿਲੀ ਪੌੜੀ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਕੱਲ ਆਪਾਂ ਉਹਦੇ ਭਾਵ ਅਰਥ ਵਿਚਾਰ ਚੁੱਕੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ, ਸੁਣਿਆ ਈਸ਼ਰ ਵਰਮਾ ਇੰਦ। ਮਹਾਰਾਜ ਕਹਿੰਦੇ ਜਦੋਂ ਤੂੰ ਪਰਮਾਤਮਾ ਦੇ ਨਾਮ ਨੂੰ ਸੁਣੇਗਾ ਨਾ, ਈਸ਼ਰ ਆਖਦੇ ਨੇ ਸਾਧ ਸੰਗਤ ਜੀ ਸ਼ਿਵ ਜੀ ਨੂੰ। ਤੇ ਜਿਹੜਾ ਬਰਮਾ ਸ਼ਬਦ ਹੈ ਉਹ ਹੈ ਬ੍ਰਹਮਾ ਵਾਸਤੇ ਵਰਤਿਆ ਗਿਆ।
ਜਿਹੜਾ ਇੰਦ ਸ਼ਬਦ ਹੈ, ਇੰਦ ਦੇ ਵੈਸੇ ਗੁਰਬਾਣੀ ਦੇ ਵਿੱਚ ਕਈ ਅਰਥ ਆਇਆ ਜੀ। ਇੰਦ ਇੰਦਰ ਨੂੰ ਵੀ ਆਖਦੇ ਹੈ ਤੇ ਇੰਦ ਚੰਦ ਨੂੰ ਵੀ ਆਖਦੇ ਹੈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ, ਸੁਣਿਆ ਈਸ਼ਰ ਬਰਮਾ ਇੰਦ। ਜਦੋਂ ਤੂੰ ਪਰਮਾਤਮਾ ਦੇ ਨਾਮ ਨੂੰ ਸੁਣੇਗਾ, ਜਿਵੇਂ ਇਹ ਮਨੁੱਖ ਸਾਧ ਸੰਗਤ ਜੀ ਵਾਹਿਗੁਰੂ, ਜਿਵੇਂ ਸ਼ਿਵ ਜੀ ਤੇ ਬ੍ਰਹਮਾ ਜੀ, ਇੰਦਰ ਮਹਾਰਾਜ ਕਹਿੰਦੇ ਜਿਵੇਂ ਇਹ ਉੱਚੀ ਪਦਵੀਆਂ ਦੇ ਉੱਪਰ ਸੁਭਾਏਮਾਨ ਹੈ ਨਾ, ਕਹਿੰਦੇ ਇਸੇ ਤਰ੍ਹਾਂ ਤੂੰ ਵੀ ਹੋ ਸਕਦਾ ਹੈ। ਇੱਕ ਨਾਲ ਬੇਨਤੀ ਹੋਰ ਕਰਦੇ ਹਾਂ, ਸਾਧ ਸੰਗਤ ਜੀ, ਭਾਵੇਂ ਕਿ ਚਲੋ ਇਹ ਦੇਵਤੇ ਮੰਨੇ ਗਏ ਆ, ਵੈਸੇ ਜਿਹੜਾ ਹਿੰਦੂ ਵੀਰ ਹੈ ਨਾ ਉਹ 33 ਕਰੋੜ ਦੇਵਤੇ ਮੰਨਦੇ ਆ। ਆਮ ਸਾਧ ਸੰਗਤ ਜੀ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ 33 ਕਰੋੜ ਦੇਵਤਾ ਆ। ਕਈ ਵਾਰੀ ਮੈਂ ਸੋਚਦਾ ਹਾਂ 33 ਕਰੋੜ ਛੱਡੋ, ਤੁਸੀਂ 33 ਦੇਵਤਿਆਂ ਦੇ ਨਾਮ ਨਹੀਂ ਦੱਸ ਸਕਦੇ। ਜੇ ਕਿਸੇ ਨੂੰ ਪੁੱਛੋ ਕਿ 33 ਦੇਵਤਿਆਂ ਨਾਮ ਦੱਸ ਦਿਓ, ਕਿਸੇ ਨੂੰ 33 ਦੇਵਤਿਆਂ ਦੇ ਨਾਮ ਨਹੀਂ ਚੇਤੇ ਹੋਣਾ। 33 ਕਰੋੜ ਤਾਂ ਬੜੀ ਦੂਰ ਦੀ ਗੱਲ ਹੈ। ਸਾਧ ਸੰਗਤ ਜੀ, ਜਿਹੜੇ ਇਹ ਦੇਵਤਿਆਂ ਦੀ ਗੱਲ ਕੀਤੀ ਆ, ਗੁਰਬਾਣੀ ਨੇ ਇੱਕ ਇੱਕ ਦਾ ਜਿਹੜਾ ਚੰਗੀ ਤਰ੍ਹਾਂ ਖੁਲਾਸਾ ਕੀਤਾ। ਜਦੋਂ ਆਪਾਂ ਈਸ਼ਰ ਸ਼ਿਵ ਜੀ ਦੀ ਗੱਲ ਕਰਦੇ ਆ ਨਾ, ਤੇ ਉਸ ਵਕਤ ਬਾਬਾ ਨਾਮਦੇਵ ਜੀ ਨੇ ਸਾਧ ਸੰਗਤ ਜੀ ਗੱਲ ਆਖੀ। ਬਾਬਾ ਨਾਮਦੇਵ ਜੀ ਆਖਣ ਲੱਗੇ, ਪਾਂਡੇ ਤੁਮਰਾ ਮਹਾਦੇਵ, ਭਾਵ ਕੇ ਮਹਾਦੇਵ ਧੌਲੇ ਵਲਦ ਚੜਾਵਤ ਦੇਖਿਆ ਥਾ, ਮੋਦੀ ਕੇ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਇਹ ਸ਼ਬਦ ਹੈ ਜੀ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੇਕਰ ਠੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ਬਾਬਾ ਨਾਮਦੇਵ ਜੀ ਆਖਣ ਲੱਗੇ, ਉਹਨਾਂ ਨੇ ਇਹ ਸਾਰੇ ਸਾਧ ਸੰਗਤ ਜੀ ਜਿਹੜੇ ਖੁਲਾਸੇ ਕੀਤੇ ਹੈ, ਉਹ ਆਖਣ ਲੱਗੇ ਕਿ ਪੰਡਤ ਜੀ, ਤੁਹਾਨੂੰ ਇੰਨਾ ਟਾਈਮ ਹੋ ਗਿਆ ਤਪ ਕਰਦਿਆਂ ਨੂੰ, ਬੰਦਗੀ ਕਰਦਿਆਂ ਨੂੰ, ਕਿ ਆਪਾਂ ਪਰਮਾਤਮਾ ਸ਼ਿਵ ਜੀ ਨੂੰ ਧਿਆਉਂਦੇ, ਸ਼ਿਵ ਜੀ ਦੀ ਪੂਜਾ ਕਰਦੇ ਹੋ। ਤੇ ਬਾਬਾ ਨਾਮਦੇਵ ਜੀ ਆਖਣ ਲੱਗੇ, ਕਹਿੰਦੇ ਮੈਂ ਤਾਂ ਉਹਨੂੰ ਹੁਣੇ ਦੇਖਿਆ, ਧੌਲੇ ਵਲਦ ਚੜਿਆ ਆਵਦ ਦੇਖਿਆ। ਤਾਂ ਧੌਲੇ ਵਲਦ ਦੇ ਉੱਪਰ, ਧੌਲੇ ਤੋਂ ਭਾਵ ਹੈ ਚਿੱਟਾ ਵਲਦ। ਸਾਧ ਸੰਗਤ ਜੀ, ਜਿਹੜਾ ਸ਼ਿਵ ਜੀ ਹੋਇਆ, ਜਿਹੜੀ ਇਹਦੀ ਸਵਾਰੀ ਹੈ ਨਾ, ਜਿਹੜੀ ਸ਼ਿਵ ਜੀ ਦੀ ਸਵਾਰੀ ਉਹ ਚਿੱਟਾ ਬਲਦ ਹੈ। ਤੇ ਜਿਹੜੀ ਗਣੇਸ਼ ਦੀ ਸਵਾਰੀ ਮੰਨੀ ਗਈ, ਮੈਂ ਕਈ ਵਾਰੀ ਹੈਰਾਨ ਹੁੰਦਾ ਸਾਧ ਸੰਗਤ ਜੀ, ਗਣੇਸ਼ ਦੀ ਸਵਾਰੀ ਚੂਹਾ ਮੰਨੀ ਗਈ ਹੈ। ਤੇ ਜਿਹੜੀ ਸੀਤਲਾ ਮਾਤਾ ਹੈ ਸਾਧ ਸੰਗ, ਸੀਤਲਾ ਮਾਤਾ, ਕਿਉਂਕਿ ਜਿਹੜੇ ਹਿੰਦੂ ਵੀਰ ਹੈ ਜਿਹੜੇ ਵਰਤ ਰੱਖਦੇ ਨੇ, ਤਾਂ ਜਿਹੜੇ ਹਿੰਦੂ ਇਤਿਹਾਸ ਨੂੰ ਪੜ੍ਹਦੇ ਉਹਨਾਂ ਨੂੰ ਪਤਾ ਹੈ, ਸੀਤਲਾ ਮਾਤਾ ਦੀ ਸਵਾਰੀ ਜਿਹੜੀ ਉਹ ਗਧਾ ਮੰਨੀ ਗਈ ਹੈ, ਗਣੇਸ਼ ਦੀ ਸਵਾਰੀ ਚੂਹਾ ਮੰਨਿਆ ਗਿਆ, ਜਿਹੜੀ ਸ਼ਿਵ ਜੀ ਦੀ ਸਵਾਰੀ ਉਹ ਬਲਦ ਹੈ, ਵਿਸ਼ਨੂੰ ਦੀ ਸਵਾਰੀ ਸਾਧ ਸੰਗਤ ਜੀ ਗਰੁੜ ਪੰਛੀ ਹੈ, ਵਿਸ਼ਨੂੰ ਦਾ ਆਸਣ ਜਿਹੜਾ ਸ਼ੇਸ਼ ਨਾਗ ਦੇ ਉੱਪਰ ਲੱਗਿਆ ਹੋਇਆ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਬ੍ਰਹਮਾ ਦੀ ਜਿਹੜੀ ਸਵਾਰੀ ਉਹ ਹੰਸ ਹੈ, ਉਹ ਹੰਸ ਦੇ ਉੱਪਰ ਸਵਾਰੀ ਕਰਦਾ ਹੈ। ਤੇ ਜਿਹੜਾ ਸਾਧ ਸੰਗਤ ਜੀ ਇੰਦਰ ਹੈ, ਉਹਦੀ ਸਵਾਰੀ ਜਿਹੜੀ ਹਾਥੀ ਹੈ। ਹਰ ਇੱਕ ਸਾਧ ਸੰਗਤ ਜੀ ਦੇਵ ਤੋਂ ਦੇਵਤੇ ਨੂੰ ਕਿਸੇ ਨਾ ਕਿਸੇ ਦੇ ਨਾਲ ਜੋੜਿਆ ਹੋਇਆ ਹੈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਜਿਹੜੇ ਇਹ ਸ਼ਿਵ ਜੀ ਹੈ ਸਾਧ ਸੰਗਤ, ਸਿਰਫ ਬੇਨਤੀ ਇੰਨੀ ਕਰਨੀ ਚਾਹੁੰਦਾ ਕਿ ਇਹ ਬਹੁਤੀ ਕੋਈ ਵੱਡੀ ਗੱਲ ਨਹੀਂ ਹੈ। ਭਾਵੇਂ ਕਿ ਚਲੋ ਦੇਵਤੇ ਹੈ, ਸਾਰੇ ਲੋਕ ਸਤਿਕਾਰ ਕਰਦੇ ਹੈ। ਸਾਧ ਸੰਗਤ ਜੀ, ਜਿਹੜਾ ਬੰਦਾ ਪਰਮਾਤਮਾ ਦੀ ਭਗਤੀ ਬੰਦਗੀ ਕਰਦਾ ਹੋਵੇ, ਨਾਮ ਜਪਦਾ ਹੋਵੇ, ਉਹਦਾ ਵੀ ਸਤਿਕਾਰ ਲਾਜ਼ਮੀ ਹੈ। ਦੇਵਤਿਆਂ ਦਾ ਤੁਸੀਂ ਕਰਦੇ ਠੀਕ ਹੈ, ਬਹੁਤ ਵਧੀਆ ਗੱਲ ਹੈ, ਨਾ ਸਤਿਕਾਰਯੋਗ ਨਹੀਂ, ਸਤਿਕਾਰਯੋਗ ਹੈ। ਪਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ ਤੇ ਬਾਬਾ ਨਾਮਦੇਵ ਜੀ ਆਖਣ ਲੱਗੇ, ਪਾਂਡੇ ਤੁਮਰਾ ਮਹਾਦੇਵ, ਕਹਿੰਦੇ ਜਿਹੜਾ ਮਹਾਦੇਵ ਸੀ ਨਾ, ਧੌਲੇ ਵਲਦ ਚੜਿਆ ਆਵ ਦੇਖਿਆ ਤਾਂ, ਕਹਿੰਦੇ ਇਹ ਚਿੱਟੇ ਵਲ ਦੇ ਉੱਪਰ ਜੰਗਲ ਦੇ ਵਿੱਚ ਘੁੰਮਦਾ ਸੀ। ਮੋਦੀ ਕੇ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਜਿਹੜਾ ਸ਼ਿਵ ਜੀ ਹੋਇਆ ਸਾਧ ਸੰਗਤ ਜੀ, ਜਿੱਥੇ ਇਹਨੂੰ ਭਾਵੇਂ ਕਿ ਨਸ਼ੇ ਦੇ ਨਾਲ ਜੋੜਿਆ ਗਿਆ, ਇਹ ਭੰਗ ਪੀਂਦਾ ਸੀ, ਪਰ ਇੱਕ ਗੱਲ ਸੀ ਸਾਧ ਸੰਗਤ ਜੀ, ਇਹਦਾ ਗੁੱਸਾ ਜਿਹੜਾ ਨਾ ਉਹ ਬਹੁਤ ਜ਼ਿਆਦਾ ਦਿਖਾਇਆ ਗਿਆ। ਬਾਬਾ ਨਾਮਦੇਵ ਜੀ ਆਖਣ, ਕਹਿੰਦੇ ਕਿਸੇ ਆਪਣੇ ਨਾ ਸੇਵਕ ਦੇ ਘਰੇ ਇਹ ਪ੍ਰਸ਼ਾਦਾ ਛਕਣ ਵਾਸਤੇ ਗਿਆ ਤੇ ਉਹ ਕੋਈ ਪ੍ਰਸ਼ਾਦੇ ਦੇ ਵਿੱਚ ਕੋਈ ਸਾਧ ਸੰਗਤ ਜੀ ਊਚ ਨੀਚ ਹੋ ਗਈ
ਤੇ शिव जी ने गुस्से दे विच आके ਉਹਦੇ ਬੱਚੇ ਦਾ ਜਿਹੜਾ ਗਲ ਵੱਢ ਕੇ ਰੱਖ ਦਿੱਤਾ। ਜੇ ਤੁਸੀਂ ਸਾਧ ਸੰਗਤ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹੋ, शिव पुराण ਨੂੰ ਪੜ੍ਹੋ, शिव पुराण, विष्णु पुराण, शिव पुराण, ਇਹ ਸਾਧ ਸੰਗਤ ਜੀ ਗ੍ਰੰਥ ਹੈ, ਪੁਰਾਣ ਜਿਹੜੇ ਹੁੰਦੇ ਨੇ, ਗਰੁੜ ਪੁਰਾਣ ਹੋ ਗਿਆ, ਉਹਨਾਂ ਦੇ ਵਿੱਚ ਇਹ ਵਾਰਤਾਵਾਂ ਲਿਖੀਆਂ ਹੋਈਆਂ ਹੈ। ਉਹਨਾਂ ਦੇ ਵਿੱਚ ਜਿਹੜੀ ਇਹ ਹਿਸਟਰੀ ਲਿਖੀ ਹੋਈ ਹੈ ਕਿ ਇੱਕ ਪਾਸੇ ਗਣੇਸ਼ ਜਿਹਨੂੰ ਪਾर्वती माई ने तैयार किया, पार्वती जी ने तैयार किया ते अपने पहरे वास्ते खड़ा कर दिता कि पुत मैं इशनान कर चली, तू इत्थे खड़ जा। इन्नी क तां जिहड़ी गल सारिआं नूं पता ही है। ते जिस वक्त वो इशनान करन वास्ते गई, गणेश बाहर खड़ा है ते साध संगत जी हैरानी वाली गल है कि शिव जी आए ते जिस वक्त वो अंदर जान लगे, गणेश अगे रोकदा कि नहीं तुसी जाना नहीं, अगे मेरी माँ इशनान करदी है। हुण शिव जी नूं साध संगत जी सारे लोग तरलोकी दा मालक मनदे ने कि तिन्नां लोकां दी सोझी है। हुण शिव जी नूं गणेश वार वार ये गल आखदा है कि नहीं, अंदर पार्वती जी मेरी जिहड़ी माँ आ वो इशनान करदी, तुसी अंदर नहीं जा सकदे। शिव जी ने गुस्से दे विच आके अपने तरसूल दे नाल साध संगत जी गणेश दा गल वढ़ दिता। ते जदों वो गल वढ़िया गया, पार्वती जी बाहर आए, उन्होंने आके जो देखिया कि मेरे पुत दा गल वढ़ दिता, ते साध संगत जी फिर जदों उन्होंने हठ किया ना पार्वती जी ने, उस वक्त शिव जी जंगल दे विच आके घूमन लग्या। फिर साध संगत जी एक हाथी दे बच्चे दा सिर वढ़ के जाके गणेश नूं जोड़िया, तां जाके साध संगत जी गणेश नूं जींदा कीता। सोचण वाली ये गल है कि जिहड़ा शिव जी साध संगत जी नूं अज दुनिया बहुतात लोग पूजदे ने, बहुतात लोग नमस्कारां करते हैं। मेरा मतलब इहदे नाल नहीं नमस्कार करनी या नहीं करनी, मैं बेनती सिर्फ इन्नी कुछ करनी चाहना, साध संगत जी देवता होवे ते अग्गेों साध संगत जी वो ये गल दसदा होवे कि नहीं मैं तेरा पुत्र हाँ, ते अग्गेों साध संगत जी वो तरसूल कढ़ के उदा जिहड़ा गल वढ़ दवे, ते वो किड्डी क साध संगत सियाणी गल है। सतगुरु गुरु पातशाह जी आखण लगे कि सुने ईश्वर वर्मा इंद जिहड़ियां ये पदवियां है, जदों बंदा परमात्मा दा नाम सुनदा ये नॉर्मल ही बंदे दे कोल आ जांदियां है। जदों आपां परमात्मा दा नाम सुनांगे, बंदगी करांगे, महाराज आखदे ने सुने मुख सालाहण मंद। साध संगत जिहड़े मंदे लोग है ना, जिहड़े अपने मूँह दे विचों मंदा बोलदे ने, कई तुहानूं मिलने बाहर साध संगत जी इहो जे जिहड़े अज भी गुरु ग्रंथ साहिब जी नूं किताबे दसी जांदे आ जिहड़ी बेअदबियां हुंदियां आ, साध संगत जी वो गुरु ग्रंथ साहिब नूं गुरु थोड़े मनदे आ, वो गुरु ग्रंथ साहिब जी नूं आम एक किताब मनदे आ। महाराज कहंदे जिहड़े मंदे लोग है ना, मंदे मंद विरती वाले, भैड़ी विरती वाले, जदों वो भी परमात्मा दा नाम सुनते ने, परमात्मा दे नाम नूं साध संगत सुनते हैं, महाराज कहंदे वो भी फिर अपने मुख तो परमात्मा दी सिफतां करनियां शुरू कर दिंदे ने। सतगुरु गुरु पातशाह जी आखण लगे सुने जोग जुगत तन भेद। जदों परमात्मा दा नाम सुनांगे, अज दी टैक्नोलॉजी की गल करिए साध संगत जी, अज बहुत सारिया मशीनां इहो जिहियां आईयां वा ना जिहड़ियां साडी बॉडी दियां स्कैन करदियां, स्कैन कर देनी, एक्सरा मशीन हो गई, सिटी स्कैन हो गई, वो साडे बॉडी की स्कैन करदियां है। पर सतगुरु गुरु पातशाह जी आखण लगे जिहड़ा बंदा परमात्मा दा नाम सुनदा है, सिर्फ गल इत्थे सुनदी करदा पिया मैं, जिहड़ा भी बंदा परमात्मा दा नाम सुनदा, मैं पहला बेनती कीती ये नहीं है कि इधरों सुनिया दूई साइड तो बाहर कढ़ दिता, उहदा कोई असर नहीं है जी। जिन्हें सुन के अपने हिरदे दे अंदर वसा लिया, महाराज कहंदे तन भेद, जिहड़ा उहदे तन दा अंदर दा भेद है ना, महाराज कहंदे वो भी उहनूं पता लग जांदा है। साध संगत जी बाबा गोरख जी होए है, गोरख जी गुरु नानक पातशाह दे नाल बहुत वड्डी उन्हां दी विचार जिहड़ी होई है, सिद्ध गोष्ठ दी बाणी लिखी गई है, गुरु ग्रंथ साहिब दे विच दर्ज है। बाबा गोरख जी इहो जे साध संगत जी वो तपस्वी सन, इहो जे जोगी सन, उन्होंने अपने जिहड़े अंदर दियां 72 मेन नाड़ियां मनिया गई साडे शरीर दियां 72,
ਇੱਕ ਇੱਕ ਨੂੰ ਸਾਧ ਸੰਗਤ ਜੀ ਉਹਨਾਂ ਨੇ ਤਪ ਦੇ ਨਾਲ ਸਾਧਿਆ ਹੋਇਆ ਸੀ। ਪਰਮਾਤਮਾ ਦੀ ਤਪ ਕਰਕੇ, ਬੰਦਗੀ ਕਰਕੇ, ਅੰਦਰ ਦਾ ਜਿਹੜਾ ਕੱਲਾ ਕੱਲਾ ਭੇਦ ਸੀ ਨਾ, ਜਿਹੜਾ ਸਰਕਲ ਸੀ, ਉਹਨੂੰ ਵੀ ਉਹ ਜਾਣਦੇ ਸੀ। ਪਰਮਾਤਮਾ ਦਾ ਨਾਮ ਸੁਣਨਾ ਬਹੁਤ ਉੱਤਮ ਹੈ। ਇਸੇ ਕਰਕੇ ਸਭ ਜੀ ਆਖਦੇ ਨੇ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਜਿਹੜੇ ਸ਼ਾਸਤਰ ਗ੍ਰੰਥ ਹੋਏ ਨੇ, ਸਿਮਰਤੀਆਂ ਗ੍ਰੰਥ ਹੋਈਆਂ ਨੇ, ਮਹਾਰਾਜ ਕਹਿੰਦੇ ਜਿਹੜਾ ਇਹਨਾਂ ਵਿੱਚ ਗਿਆਨ ਹੈ ਨਾ, ਜਦੋਂ ਪਰਮਾਤਮਾ ਦਾ ਨਾਮ ਸੁਣਾਂਗੇ ਬੰਦਾ ਗਿਆਨਵਾਨ ਹੋ ਜਾਂਦਾ ਹੈ, ਬੰਦਾ ਸਾਧ ਸੰਗਤ ਜੀ ਸੋਝੀ ਵਾਲਾ ਹੋ ਜਾਂਦਾ ਹੈ। ਪਾਤਸ਼ਾਹ ਜੀ ਅਗਾਂਹ ਨਾਨਕ ਭਗਤਾ ਸਦਾ ਵਿਗਾਸ। ਫਿਰ ਜਿਹੜੇ ਪਰਮਾਤਮਾ ਦੇ ਭਗਤ ਹੈ ਉਹਨਾਂ ਦੇ ਮਨ ਦੇ ਅੰਦਰ ਹਮੇਸ਼ਾ ਹੀ ਵਿਗਾਸ ਰਹਿੰਦਾ ਹੈ, ਖੇੜਾ ਰਹਿੰਦਾ ਹੈ, ਖੁਸ਼ੀ ਰਹਿੰਦੀ ਹੈ। ਸੁਣਿਆ ਦੁੱਖ ਪਾਪ ਕਾ ਨਾਸ਼। ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਸੁਣਦੇ ਨਾਲ ਜਿਹੜੇ ਸਾਡੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸਾਧ ਸੰਗਤ ਜੀ ਅਗਲੀ ਪੌੜੀ ਵਿੱਚ ਆਖਦੇ ਨੇ, ਸੁਣਿਆ ਸਤ ਸੰਤੋਖ ਗਿਆਨ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਜਦੋਂ ਪਰਮਾਤਮਾ ਦਾ ਨਾਮ ਆਪਾਂ ਸੁਣਦੇ ਹਾਂ ਸਾਧ ਸੰਗਤ ਜੀ, ਸਾਡੇ ਮਨ ਦੇ ਅੰਦਰ ਸੰਤੋਖ ਪੈਦਾ ਹੁੰਦਾ ਹੈ, ਦਾਨ ਵਾਲਾ ਸੁਭਾਅ ਪੈਦਾ ਹੁੰਦਾ ਹੈ। ਜਦੋਂ ਪਰਮਾਤਮਾ ਦਾ ਕੋਈ ਨਾਮ ਸੁਣਦਾ ਹੈ, ਮਹਾਰਾਜ ਕਹਿੰਦੇ ਬੰਦੇ ਦਾ ਜਿਹੜਾ ਨੇਚਰ ਹੈ ਨਾ ਬਹੁਤ ਵਧੀਆ ਹੋ ਜਾਂਦਾ, ਦਾਨੀ ਪੁਰਸ਼ ਹੋ ਜਾਂਦਾ ਹੈ। ਉਹਦੇ ਮਨ ਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ। ਥੋੜ੍ਹੇ ਵਿੱਚ ਵੀ ਸਾਧ ਸੰਗਤ ਜੀ ਉਹ ਰੱਬ ਦਾ ਸ਼ੁਕਰ ਹੀ ਕਰਦਾ ਹੈ। ਤੇ ਜੇ ਸਾਧ ਸੰਗਤ ਜੀ ਅੰਦਰ ਸੰਤੋਖ ਨਹੀਂ ਹੈ ਨਾ, ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਤੇਰੇ ਕੋਲ ਹੋਵੇ ਤੈਂ ਕਦੇ ਰੱਜਣਾ ਨਹੀਂ। ਸੰਤੋਖ ਹੋਊਗਾ ਤੂੰ ਇੱਕ ਪ੍ਰਸ਼ਾਦੇ ਦੇ ਵਿੱਚ ਵੀ ਗੁਜ਼ਾਰਾ ਕਰ ਸਕਦਾ ਹੈ। ਤੇਰੇ ਕੋਲ ਸੰਤੋਖ ਹੋਊਗਾ ਸਾਧ ਸੰਗਤ ਜੀ, ਤੂੰ ਜਿਹੜੇ ਤੇਰੇ ਕੋਲ ਕੱਪੜੇ ਹੈ ਉਹਨਾਂ ਵਿੱਚ ਗੁਜ਼ਾਰਾ ਕਰ ਸਕਦਾ। ਜੇ ਤੇਰੇ ਕੋਲ ਸੰਤੋਖ ਨਹੀਂ, ਭਾਵੇਂ ਜਿੰਨੇ ਮਰਜ਼ੀ ਵਧੀਆ ਕੱਪੜੇ ਪਾ ਲਈ, ਜਦੋਂ ਤੋਂ ਉਹਦੇ ਉੱਪਰ ਹੋਰ ਦੇਖ ਲੈ ਤੇਰਾ ਮਨ ਉਧਰ ਨੂੰ ਫਿਰ ਤੁਰ ਪੈਣਾ ਹੈ। ਸੰਤੋਖ ਬਹੁਤ ਵੱਡੀ ਚੀਜ਼ ਹੈ, ਅੰਦਰ ਦਾ ਟਿਕਾਅ ਬਹੁਤ ਵੱਡੀ ਚੀਜ਼ ਹੈ, ਜਿਹਨੂੰ ਆਪਾਂ ਛੋਟਾ ਜਿਹਾ ਆਖ ਲਈਏ ਸਬਰ। ਜੇ ਬੰਦੇ ਦੇ ਅੰਦਰ ਸਬਰ ਹੈ ਨਾ ਸਾਧ ਸੰਗਤ, ਜ਼ਿੰਦਗੀ ਵੀ ਬੜੀ ਸੌਖੀ ਹੈ। ਜੇ ਸਾਡੇ ਵਿੱਚੋਂ ਸੰਤੋਖ ਨਿਕਲ ਗਿਆ, ਸਬਰ ਨਿਕਲ ਗਿਆ, ਜ਼ਿੰਦਗੀ ਦੇ ਵਿੱਚ ਫਿਰ ਸਾਰੀ ਔਖਾਈ ਔਖਾਈ ਹੈ। ਕਿੱਥੇ ਕੁ ਤੱਕ ਬੰਦਾ ਪੂਰਾ ਕਰ ਲਵੇਗਾ। ਮਹਾਰਾਜ ਆਖਦੇ ਨੇ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ। ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਸੁਣਿਆ 68 ਤੀਰਥਾਂ ਦਾ ਇਸ਼ਨਾਨ ਜਿਹੜਾ ਉਨਾ ਫਲ ਪ੍ਰਾਪਤ ਹੋ ਜਾਂਦਾ ਹੈ। ਸੁਣਿਆ ਪੜ੍ਹ ਪੜ੍ਹ ਪਾਵੇ ਮਾਨ। ਮਹਾਰਾਜ ਕਹਿੰਦੇ ਜਿਵੇਂ ਪੜ੍ਹੇ ਲਿਖੇ ਮਨੁੱਖ ਨਾ ਸੰਸਾਰ ਦੇ ਵਿੱਚ ਸਤਿਕਾਰ ਪਾਉਂਦੇ ਆ। ਕੋਈ ਬੰਦਾ ਬਹੁਤਾ ਪੜ੍ਹਿਆ ਹੋਵੇ ਤੇ ਸਾਧ ਸੰਗਤ ਜੀ ਆਪਾਂ ਸਤਿਕਾਰ ਕਰਦੇ ਕਿ ਤੇਰੇ ਕੋਲ ਪੜ੍ਹਾਈ ਬਹੁਤ ਹੈ, ਪੜ੍ਹਿਆ ਬਹੁਤ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਬੰਦਾ ਪਰਮਾਤਮਾ ਦਾ ਨਾਮ ਵੀ ਸੁਣਦਾ ਹੈ ਨਾ, ਉਹਦਾ ਵੀ ਉਨਾ ਹੀ ਸਤਿਕਾਰ ਹੁੰਦਾ ਹੈ। ਪਰਮਾਤਮਾ ਦੇ ਨਾਮ ਦੇ ਸੁਣਨ ਵਾਲੇ ਦਾ ਵੀ ਸਤਿਕਾਰ ਹੁੰਦਾ ਹੈ। ਮਹਾਰਾਜ ਆਖਦੇ ਨੇ, ਸੁਣਿਆ ਲਾਗੈ ਸਹਿਜ ਧਿਆਨ। ਫਿਰ ਪਰਮਾਤਮਾ ਦਾ ਨਾਮ ਸੁਣ ਕੇ ਮਨ ਸਾਧ ਸੰਗਤ ਜੀ ਜਿਹੜਾ ਅਡੋਲਤਾ ਦੇ ਵਿੱਚ ਟਿਕ ਜਾਂਦਾ ਹੈ, ਭਾਵ ਡੋਲਦਾ ਨਹੀਂ, ਟਿਕ ਜਾਂਦਾ, ਸਹਿਜ ਵਿੱਚ ਆ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ। ਪਾਤਸ਼ਾਹ ਜੀ ਆਖਣ ਲੱਗੇ ਜਿਹੜੇ ਪਰਮਾਤਮਾ ਦੇ ਭਗਤ ਹੈ ਉਹ ਹਮੇਸ਼ਾ ਹੀ ਸਾਧ ਸੰਗਤ ਜੀ ਖੇੜੇ ਦੇ ਵਿੱਚ ਰਹਿੰਦੇ ਨੇ, ਆਨੰਦ ਵਿੱਚ ਰਹਿੰਦੇ ਨੇ। ਸੁਣਿਆ ਦੁੱਖ ਪਾਪ ਕਾ ਨਾਸ਼। ਪਰਮਾਤਮਾ ਦਾ ਨਾਮ ਸੁਣਿਆ ਸਾਡੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅਗਾਂਹ ਆਖਦੇ ਸੁਣਿਆ ਸਰਾਂ ਗੁਣਾ ਕੇ ਗਾਹ। ਸਾਧ ਸੰਗਤ ਜੀ ਇੱਥੇ ਸ਼ਬਦ ਵਰਤਿਆ ਸਰਾਂ, ਪਰ ਜਦੋਂ ਆਪਾਂ ਟੀਕਾ ਪੜ੍ਹਦੇ ਪ੍ਰੋਫੈਸਰ ਸਾਹਿਬ ਸਿੰਘ ਦਾ ਜਿਹੜਾ ਪੰਥ ਪ੍ਰਵਾਨਕ ਹੈ, ਸਰਾਂ ਦਾ ਉਹਨਾਂ ਨੇ ਜਿਹੜਾ ਅਰਥ ਕੀਤਾ ਸਰੋਵਰ ਕੀਤਾ ਹੈ। ਮਹਾਰਾਜ ਕਹਿੰਦੇ ਸੁਣਿਆ ਸਰਾ ਗੁਣਾ ਕੇ ਗਾਹ। ਜਿਹੜਾ ਸਰ ਵੈਸੇ ਸਮੁੰਦਰ ਵਾਸਤੇ ਸਾਧ ਸੰਗਤ ਜੀ ਵਰਤ ਸਕਦੇ ਆ। ਸਮੁੰਦਰ ਦੇ ਵਿੱਚ ਜਿਵੇਂ ਕੀਮਤੀ ਖਜ਼ਾਨੇ ਹੁੰਦੇ ਆ ਨਾ, ਜਿਹੜਾ ਬੰਦਾ ਸਮੁੰਦਰ ਦੇ ਅੰਦਰ ਗੋਤਾ ਮਾਰਦਾ ਹੈ, ਸਾਡਾ ਜਿਹੜਾ ਹਾਲ ਨਾ ਸਾਧ ਸੰਗਤ ਜੀ, ਮੈਂ ਪਿੱਛੇ ਸਾਧ ਸੰਗਤ ਜੀ ਕਿਤਾਬ ਆ ਇਹਨੂੰ ਪੜ੍ਹਦਾ ਸੀ ਤੇ ਉਹਦੇ ਅੰਦਰ ਨਾ 3-4 ਉਦਾਹਰਨਾਂ ਬੜੀਆਂ ਸੋਹਣੀਆਂ ਲਿਖੀਆਂ ਸਨ। ਉਹ ਬੜੀਆਂ ਮਨ ਨੂੰ ਸਾਧ ਸੰਗਤ ਚੰਗੀਆਂ ਲੱਗੀਆਂ। ਉਹਦੇ ਵਿੱਚ ਲਿਖਿਆ ਸੀ ਕਿ ਬਹੁਤ ਲੋਕ ਨਾ ਸਮੁੰਦਰ ਨੂੰ ਦੇਖਣ ਦੀ ਇੱਛਾ ਰੱਖਦੇ ਆ। ਬਹੁਤ ਲੋਕ ਸਮੁੰਦਰ ਨੂੰ ਦੇਖਣ ਦੀ ਇੱਛਾ ਰੱਖਦੇ ਆ ਕਿ ਕਦੋਂ ਉਹ ਸਮਾਂ ਮਿਲੇਗਾ ਜਦੋਂ ਆਪਾਂ ਸਮੁੰਦਰ ਨੂੰ ਦੇਖਾਂਗੇ। ਇਹੋ ਜਿਹੇ ਲੋਕ ਵੀ ਹੈ ਦੇ ਵਿੱਚ ਜਾ ਕੇ ਖੇਡਾਂ ਖੇਡਦੇ ਨੇ।
ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਨਾ ਤਾਂ ਸਮੁੰਦਰ ਨੂੰ ਦੇਖਣ ਜਿਹਦੇ ਅੰਦਰ ਮਨ ਦੇ ਇੱਛਾ ਸੀ, ਨਾ ਤਾਂ ਉਹਨੂੰ ਕੋਈ ਬਹੁਤਾ ਲਾਭ ਹੋਇਆ। ਤੇ ਜਿਹੜਾ ਬੰਦਾ ਸਮੁੰਦਰ ਦੇ ਜਾ ਕੇ ਕਿਨਾਰੇ ਘੁੰਮਦਾ ਸੀ, ਬਹੁਤਾ ਉਹਨੂੰ ਵੀ ਲਾਭ ਕੋਈ ਨਹੀਂ ਹੋਇਆ। ਜਿਹੜਾ ਸਮੁੰਦਰ ਦੇ ਵਿੱਚ ਜਾ ਕੇ ਖੇਡਿਆ, ਉਹਨੇ ਕੁਝ ਸਮੇਂ ਵਾਸਤੇ ਆਨੰਦ ਮਾਣਿਆ, ਪਰ ਬਹੁਤਾ ਲਾਭ ਨਹੀਂ ਹੋਇਆ। ਪਰ ਉਹਦੇ ਵਿੱਚ ਲਿਖਿਆ ਸੀ ਕਿ ਜਿਹੜਾ ਕੋਈ ਬੰਦਾ ਸਮੁੰਦਰ ਦੇ ਵਿੱਚ ਗੋਤਾ ਲਾਉਂਦਾ ਹੈ, ਸਮੁੰਦਰ ਦੀ ਗਹਿਰਾਈ ਤੱਕ ਜਾਂਦਾ, ਹੀਰੇ ਉਹਨੂੰ ਪ੍ਰਾਪਤ ਹੁੰਦੇ ਹੈ। ਸਮੁੰਦਰਾਂ ਦੇ ਕਿਨਾਰਿਆਂ 'ਤੇ ਘੁੰਮਣ ਦੇ ਨਾਲ ਹੀਰੇ ਪ੍ਰਾਪਤ ਨਹੀਂ ਹੁੰਦੇ, ਸਮੁੰਦਰਾਂ ਦੇ ਵਿੱਚ ਖੇਡਣ ਦੇ ਨਾਲ ਹੀਰਿਆਂ ਦੀ ਪ੍ਰਾਪਤੀ ਨਹੀਂ ਹੋਣੀ। ਜਿਹੜਾ ਬੰਦਾ ਸਮੁੰਦਰ ਦੇ ਵਿੱਚ ਗੋਤਾ ਲਾਵੇਗਾ, ਸਾਧ ਸੰਗਤ ਜੀ, ਹੀਰੇ ਉਹਨੂੰ ਪ੍ਰਾਪਤ ਹੁੰਦੇ ਹੈ, ਜ਼ਿੰਦਗੀ ਉਹਦੀ ਸੁਖੀ ਹੁੰਦੀ ਹੈ। ਪਰ ਸਮੁੰਦਰ ਦੇ ਵਿੱਚ ਗੋਤਾ ਲਾਣਾ ਪਵੇਗਾ, ਸਮੁੰਦਰ ਦੀ ਗਹਿਰਾਈ ਦੇ ਵਿੱਚ ਜਾਣਾ ਪਵੇਗਾ। ਇਸੇ ਕਰਕੇ ਹਾਲ ਕੁਝ ਇਹੋ ਜਿਹਾ ਸਾਡਾ ਵੀ ਹੈ। ਆਪਾਂ ਵੀ ਸਿਰਫ ਆਂਦੇ ਆ, ਕਈ ਆਸ ਰੱਖਦੇ ਨੇ ਚਲੋ ਗੁਰੂ ਘਰ ਚਲੀਏ, ਆਸ ਹੀ ਰੱਖਦੇ ਨੇ ਪਰ ਪਹੁੰਚ ਨਹੀਂ ਸਕਦੇ। ਕਈ ਸਾਧ ਸੰਗਤ ਜੀ ਆਉਂਦੇ ਨੇ, ਨਮਸਕਾਰ ਕਰਦੇ ਨੇ, ਕਈ ਆ ਕੇ ਬਾਣੀ ਵੀ ਪੜ੍ਹਦੇ ਨੇ, ਪਰ ਮਹਾਰਾਜ ਕਹਿੰਦੇ ਜਿਹੜਾ ਬੰਦਾ ਗੁਰਬਾਣੀ ਦੇ ਅੰਦਰ ਗੋਤਾ ਲਾ ਜਾਵੇ ਨਾ, ਭਾਵ ਕਿ ਸ਼ਬਦ ਅਰਥਾਂ ਨੂੰ ਸਮਝਣ ਲੱਗ ਪਵੇ, ਆ ਵਿਚਾਰ ਹੁੰਦੀ ਹੈ, ਇਹ ਗੁਰਬਾਣੀ ਦੇ ਅੰਦਰ ਗੋਤਾ ਲਾਉਣ ਵਾਲੀ ਗੱਲ ਹੈ। ਜੇ ਗੁਰਬਾਣੀ ਦੇ ਵਿੱਚੋਂ ਆਪਾਂ ਹੀਰੇ ਪ੍ਰਾਪਤ ਕਰਨੇ ਆ, ਭਾਵ ਸੁੱਖ ਪ੍ਰਾਪਤ ਕਰਨਾ ਹੈ, ਸਾਨੂੰ ਵਿਚਾਰ ਕਰਨੀ ਪਵੇਗੀ। ਸਾਧ ਸੰਗਤ ਜੀ, ਸਾਨੂੰ ਗੋਤਾ ਲਾਣਾ ਪਵੇਗਾ ਗੁਰਬਾਣੀ ਦੇ ਅੰਦਰ, ਤਾਂ ਜਾ ਕੇ ਆਪਾਂ ਇਹਨਾਂ ਗੱਲਾਂ ਨੂੰ ਸਾਧ ਸੰਗਤ ਸਮਝ ਸਕਦੇ ਹਾਂ। ਪਾਤਸ਼ਾਹ ਜੀ ਆਖਣ ਲੱਗੇ, ਸੁਣਿਆ ਸਰਾ ਗੁਣਾ ਕੇ ਗਾਹ। ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚੋਂ ਨਾ ਸਾਧ ਸੰਗਤ ਜੀ ਬੇਅੰਤ ਖਜ਼ਾਨੇ ਪ੍ਰਾਪਤ ਹੁੰਦੇ, ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਦੇ ਵਿੱਚੋਂ ਵੀ ਸੁਣਿਆ ਸ਼ੇਖ ਪੀਰ ਪਾਤਸ਼ਾਹ। ਸ਼ੇਖ ਸਾਧ ਸੰਗਤ ਜੀ ਇੱਕ ਪਦਵੀ ਹੈ, ਜਿਵੇਂ ਸ਼ੇਖ ਫਰੀਦ ਜਿਹੜੇ ਮੁਸਲਮਾਨ ਲੋਕ ਉਹਨਾਂ ਦੇ ਵਿੱਚ ਸ਼ੇਖ ਮੰਨੇ ਜਾਂਦੇ ਨੇ। ਸ਼ੇਖ ਵੈਸੇ ਸਾਧ ਸੰਗਤ ਜੀ ਜਿਹੜਾ ਬੰਦਾ ਨਾ ਅਮੀਰ ਹੋਵੇ, ਅਰਬੀ ਦੇ ਵਿੱਚ ਸ਼ੇਖ ਨੂੰ ਆਖਦੇ ਨੇ, ਤੇ ਜਿਹੜਾ ਬੰਦਾ ਗਰੀਬ ਹੈ ਉਹਨੂੰ ਆਖਦੇ ਨੇ ਮਸਕੀਨ। ਜਿਹੜਾ ਬੰਦਾ ਗਰੀਬ ਉਹਨੂੰ ਅਰਬੀ ਦੇ ਵਿੱਚ ਮਸਕੀਨ ਆਖਦੇ ਨੇ, ਜਿਹੜਾ ਬੰਦਾ ਅਮੀਰ ਉਹਨੂੰ ਆਖਦੇ ਨੇ ਸ਼ੇਖ। ਤੁਸੀਂ ਕਈ ਵਾਰੀ, ਚਲੋ ਹੁਣ ਤਾਂ ਕਾਫੀ ਜਿਹੜਾ ਸੌਖਾ ਹੋ ਗਿਆ, ਟੀਵੀ ਜ਼ਰੀਏ ਜਾਂ ਆਪਾਂ ਮੋਬਾਈਲ ਜ਼ਰੀਏ ਦੇਖਦੇ ਕਿ ਦੁਬਈ ਦਾ ਸ਼ੇਖ। ਸ਼ੇਖ ਮਤਲਬ ਕੀ ਹੈ? ਜਿਹੜਾ ਬੰਦਾ ਬਹੁਤ ਉੱਚਾ, ਜਿਹਦੇ ਕੋਲ ਸਾਧ ਸੰਗਤ ਦਾ ਹੁਕਮ ਚੱਲਦਾ ਹੋਵੇ, ਜਿਹਦੇ ਕੋਲ ਧਨ ਦੌਲਤ ਬਹੁਤ ਹੋਵੇ। ਇੱਕ ਹੈ ਸ਼ੇਖ, ਇੱਕ ਹੈ ਮਸਕੀਨ, ਜਿਹੜਾ ਬਿਲਕੁਲ ਸਾਧ ਸੰਗਤ ਜੀ ਗਰੀਬ ਹੈ। ਸ਼ੇਖ ਇੱਕ ਪਦਵੀ ਹੈ। ਮਹਾਰਾਜ ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਸੁਣੇਗਾ ਤੂੰ ਸ਼ੇਖ ਬਣ ਸਕਦਾ ਹੈ, ਭਾਵ ਤੂੰ ਉੱਚਾ ਹੋ ਸਕਦਾ। ਫਿਰ ਸ਼ਬਦ ਆ ਗਿਆ ਪੀਰ। ਮੈਂ ਥੋੜ੍ਹਾ ਜਿਹਾ ਰੁਕਣ ਲੱਗਿਆ, ਭਾਵੇਂ ਕਿ ਸਮਾਂ ਸਾਡੇ ਕੋਲ ਸੀਮਤ ਹੈ। ਇੱਕ ਪੀਰ ਹੈ ਸਾਧ ਸੰਗਤ ਜੀ, ਗੁਰਬਾਣੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਖਦੇ ਨੇ, ਪੀਰ ਦਾ ਜਿਹੜਾ ਸ਼ਬਦ ਉਹਨਾਂ ਨੇ ਅਰਥ ਕੀਤਾ ਹੈ, ਪੀੜਾ ਕੀਤਾ ਹੈ। ਪੀਰ ਪੀੜ ਨੂੰ ਆਖਦੇ ਨੇ। ਸਾਧ ਸੰਗਤ ਜੀ, ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਰਚਨਾ ਨੂੰ ਪੜ੍ਹਦੇ ਹਾਂ, ਸਿੱਖ ਧਰਮ ਦੇ ਵਿੱਚ ਪੀਰ ਕਿਹਨੂੰ ਮੰਨਿਆ ਗਿਆ? ਕਿਉਂ ਸਾਡੇ ਵਿੱਚ ਇਹ ਦੁਬਿਧਾ ਜਿਹੜੀ ਖੜੀ ਹੋ ਸਕਦੀ ਹੈ ਕਿ ਇੱਥੇ ਸ਼ਾਇਦ ਪੀਰਾਂ ਦੀ ਜਿਹੜੀ ਉਹ ਨਰਾਦਰੀ ਕੀਤੀ ਜਾਂਦੀ ਹੈ। ਸਿੱਖ ਧਰਮ ਦੇ ਵਿੱਚ ਪੀਰ ਕਿਹੜੇ ਹੈ? ਕਿਆ ਆਪਾਂ ਬਾਹਰ ਜਾ ਕੇ ਮੜੀਆਂ ਮੱਟੀਆਂ ਤੇ ਮੱਥੇ ਟੇਕਣੇ ਆ ਜਿਵੇਂ ਬਾਕੀ ਲੋਕ ਕਰਦੇ ਹੈ? ਕੋਈ ਕਿਸੇ ਪੀਰਾਂ ਦੇ ਕੋਲ ਜਾਂਦਾ, ਕੋਈ ਕਿਸੇ ਦੇ ਕੋਲ ਜਾਂਦਾ। ਸਾਧ ਸੰਗਤ ਜੀ ਖਿਮਾ ਕਰਿਓ, ਪਹਿਲਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛ ਲਈਏ ਕਿ ਮਹਾਰਾਜ ਸਿੱਖਾਂ ਦੇ ਵਿੱਚ ਪੀਰ ਕੌਣ ਹੋਇਆ? ਭਾਈ ਗੁਰਦਾਸ ਆਖਣ ਲੱਗੇ, ਜਾਹਰ ਪੀਰ ਜਗਤ ਗੁਰ ਬਾਬਾ। ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੀਰ ਆਖਿਆ ਕਿ ਸਾਡੇ ਲਈ ਗੁਰੂ ਨਾਨਕ ਪਾਤਸ਼ਾਹ ਹੀ ਸਾਡੇ ਵਾਸਤੇ ਪੀਰ ਹੈ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਤਾ ਪੀਰ ਕਿਹਨੂੰ ਆਖਿਆ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ, ਸੈਫ ਸਰੋਈ ਸੈਥਈ ਜਹ ਹਮਾਰੇ ਪੀਰ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸ਼ਾਸਤਰ ਨੂੰ ਪੀਰ ਆਖਿਆ। ਸਾਧ ਸੰਗਤ ਜੀ, ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਡੇ ਸਮਕਸ਼ ਰੱਖਾਂ, ਫਿਰ ਜਿਹੜੀ ਸਾਨੂੰ ਇਹ ਗੱਲ ਸਮਝ ਲੱਗ ਜਾਵੇ ਕਿ ਪੀਰ ਕਿਵੇਂ ਹੈ। ਬਹਾਦਰ ਸ਼ਾਹ ਹੋਇਆ, ਇਹ ਔਰੰਗਜ਼ੇਬ ਦਾ ਪੁੱਤਰ ਸੀ, ਤੇ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨੇ ਬਹੁਤ ਲੜਾਈਆਂ ਕੀਤੀਆਂ, ਝੂਠੀਆਂ ਕਸਮਾਂ ਖਾਧੀਆਂ, ਕਈ ਕੁਝ ਕੀਤਾ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਇਆ, ਬਹੁਤ ਕੁਝ ਹੋਇਆ ਔਰੰਗਜ਼ੇਬ ਦੇ ਰਾਜ ਦੇ ਵਿੱਚ।
औरंगजेब जदों खत्म होया, बहादुर शाह नूं गुरु गोबिंद सिंह सच्चे पातशाह जी ने वो राज दवाया। बहादुर शाह गुरु गोबिंद सिंह सच्चे पातशाह जी का मित्र बनया। तो बहादुर शाह के कोल साध संगत जी एक मौलवी सी, बहुत सियाणा काजी, काजी या मौलवी आख। तो गुरु गोबिंद सिंह सच्चे पातशाह नूं वो मौलवी आखण लग्या कि महाराज मैनू कोई करामात दिखाओ, कोई मैनू करामात दिखाओ, क्योंकि वो लोग अक्सर करामात नूं मनदे आ। मौलवी आखण लग्या कि मैनू कोई करामात दिखाओ। तो उस वक्त सार संगत जी गुरु गोबिंद सिंह सच्चे पातशाह जी ने बहादुर शाह वाल इशारा कर दिता कि यह करामात है। इशारा क्यों किया? सार संगत जी गुरु गोबिंद सिंह सच्चे पातशाह आखण लगे जिहदे कोल कुर्सी है वह भी करामात है। गुरबाणी दे विच बचन किया, जिस ही की सरकार है तिस ही का सब कोय। महाराज कहते जिहदी सरकार डंडा भी उहदा ही है। अज सरकार बैठी है, कदे किसानां दे नाल कुछ कर दिंदी, कदे किसे दे नाल। महाराज कहते जोर चलदा उन्हां दा कुछ भी कर सकते हैं। सरकार जदों सरकार दा हुक्म चलदा होवे उत्थे बंदा कुछ नहीं कर सकता। जिस ही की सरकार है, भाव कुर्सी भी एक करामात है। गुरु गोबिंद सिंह सच्चे पातशाह नूं काजी आखण लग्या महाराज नहीं नहीं मैं इदां थोड़े पुछदा, कोई मैनू। तो गुरु गोबिंद सिंह सच्चे पातशाह जी ने उन्हां दे हत्थ विच एक सिक्का सी, साखीकार लिखते ने पातशाह जी ने सिक्ख जिहड़ा सिक्का सी ना उपर नूं उछाल दिता। ते पातशाह जी आखण लगे आ सिक्का भी एक करामात है। भाव के दौलत भी एक करामात, जिहदे कोल दौलत है, धन है, वो भी बंदा बहुत कुछ कर सकता है। अज आ धन दे नाल किन्ना कुछ खरीदते हैं। सार संगत जी चंगे तो चंगा बंदा भी खरीदा जाता। जदों इलैक्शन हुंदा, वोटां पैंदियां, जिहदा कदे जमीर नहीं मरिया उहनूं भी खरीद लैंदे आ। गुरु गोबिंद सिंह सच्चे पातशाह आखण लगे दौलत भी एक करामात है। काजी फिर भी मन्निया ना, कहंदा नहीं महाराज मैनू कोई होर करामात दिखाओ। वो कुछ देखना ही कुछ होर चाहता सी। ते जदों गुरु गोबिंद सिंह सच्चे पातशाह ने ये दो चीज़ां दसियां, नहीं मन्निया, अखीर नूं पातशाह जी ने अपनी म्यान दे विचों जदों शमशीर नूं बाहर खिंचिया ना, उसे वक्त सार संगत जी बहादुर शाह भी कंबण लग्या ते मौलवी भी कंबण लग्या कि यह बन की लग्या। गुरु गोबिंद सिंह सच्चे पातशाह आखण लगे आ फिर वो करामात है, ना इत्थे कुर्सी दी चलदी है ना पैसे दी चलदी है। जिहदे बंदे दे हत्थ दे विच शस्त्र है, जह हमारे पीर, साडे वास्ते सिखा वास्ते पीर है वो शास्त्र ही है। जे सिखा ने पीरां दी पूजा करनी, शास्त्रां दी पूजा करनी है। सार संगत जी आम मड़ियां मट्टियां के उपर जाके मत्थे नहीं टेकने। सिख वास्ते पीर शास्त्र है। मैं फिर बेनती करा, बचन दोबारा रिपीट करते हैं। गुरु गोबिंद सिंह सच्चे पातशाह आखण लगे अस किरपान खंडो खड़ग तुपक तबरे अर तीर सैफ सरोई सैथई जह हमारे पीर। मारे कहते शास्त्र साडे वास्ते पीर है। जाहर पीर जगत गुर बाबा, गुरु साहब भी साडे वास्ते पीर है। इसे करके महाराज आखण लगे सुने शेख पीर पातशाह। मारे कहते फिर वो बंदा इहो जे उच्च पदवी ते पहुँच जाता जिहड़ा परमात्मा का नाम सुनता है। सुने अंधे पावे राह, जिहड़ा सार संगत जी विवेकहीन मनुख होवे। कई बंदे इहो जे हुंदे ना, छड्डो इनू की पुछना, इनू की पता, इनू तो अपने घर का नहीं पता, इनू अपने जिम्मेवारी नहीं पता, नाम की किहड़ी गल है, संसार की। मारे कहते जे वो बंदा भी नाम सुन लग पवे ना, मैं शुक्र करो साध संगत जी गुरु नानक देव सच्चे पातशाह दा। जे अज तुसी इत्थे बैठे हो ना, मैं फिर बेनती कर लग्या, कल भी कीती सी, जे तुसी संगत विच बैठे तुसी बहुत वडभागे हो। तुसी नाम सुनदे, नाम नूं पढ़दे, गुरबाणी नूं पढ़दे, ये आम गल नहीं है। तुहाडे परिवारां दे विच होर भी बैठे सी, तुहाडे भाग किन्ने चंगे, तुसी उठ के आ गए गुरु दे शरण दे विच बैठे हैं। तुहाडे अपने परिवार दे विच 5-5 4-4 जी है, वो हजे भी मंजियां दे उपर लम्मे पए होने। जे तुहाडे कर्म चंगे है, जे गुरु साहब ने तुहाडे कर्मां दे विच नाम लिखिया तां तुसी इत्थे पहुंचे हो। सतगुरु गुरु पातशाह जी आखण लगे जिहड़ा बंदा विवेकहीन होवे, मंद बुद्धि वाला होवे ना, जदों परमात्मा का नाम सुनदा, महाराज कहंदे वो भी फिर उन्होंने एक राह प्राप्त हो जाता, एक दिशा प्राप्त हो जाती है। सतगुरु गुरु पातशाह जी आखण लगे सुने अंधे पावे राह। जिमें अन्ने मनुख नूं कोई राह मिल जाए ना,
ਕੋਈ ਸਹਾਰਾ ਮਿਲ ਜਾਵੇ ਘਰ ਨੂੰ ਜਾਣ ਦਾ। ਮਹਾਰਾਜ ਕਹਿੰਦੇ ਫਿਰ ਇੱਦਾਂ ਪਰਮਾਤਮਾ ਦਾ ਨਾਮ ਹੈ। ਸੁਣਿਆ ਹਾਥ ਹੋਵੇ ਅਸਗਾਹ। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਅਕਾਲ ਪੁਰਖ ਦੇ ਨਾਮ ਦੇ ਵਿੱਚ ਜੁੜਨ ਦਾ ਸਦਕਾ ਡੂੰਘੇ ਸੰਸਾਰ ਸਮੁੰਦਰ ਦੀ ਜਿਹੜੀ ਅਸਲੀਅਤ ਹੈ, ਸਮਝ ਹੈ, ਉਹ ਸਾਧ ਸੰਗਤ ਜੀ ਪਤਾ ਲੱਗ ਜਾਂਦੀ ਹੈ। ਸੰਸਾਰ ਦੀ ਜਿਹੜੀ ਅਸਲੀਅਤ ਹੈ ਉਹ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਪਤਾ ਲੱਗ ਜਾਂਦੀ, ਜਿਹਨੂੰ ਆਖਦੇ ਬ੍ਰਹਮ ਗਿਆਨੀ। ਕਹਿੰਦੇ ਨਾ ਬ੍ਰਹਮ ਗਿਆਨੀ ਨੂੰ ਪਹਿਲੇ ਪਤਾ ਲੱਗ ਗਿਆ, ਇਹ ਨਾਮ ਦੇ ਵਿੱਚੋਂ ਮਿਲਦਾ ਹੈ। ਜਿਹਨੂੰ ਬ੍ਰਹਮ ਗਿਆਨੀ ਆਖਦੇ ਕਿ ਉਹ ਫਲਾਣੇ ਮਹਾਂਪੁਰਸ਼ਾਂ ਦੇ ਕੋਲ ਗਏ ਸੀ ਜੀ, ਮਹਾਂਪੁਰਸ਼ਾਂ ਨੂੰ ਪਹਿਲੇ ਹੀ ਪਤਾ ਸੀ ਕਿ ਸੰਸਾਰ ਦੇ ਵਿੱਚ ਕੀ ਹੋਣਾ ਹੈ, ਸੰਸਾਰ ਦੇ ਵਿੱਚ ਕੀ ਵਾਪਰ ਰਿਹਾ ਹੈ। ਇਹ ਸਾਧ ਸੰਗਤ ਜੀ ਇੱਕ ਬ੍ਰਹਮ ਗਿਆਨ ਦੀ ਅਵਸਥਾ ਹੈ। ਜਦੋਂ ਆਪਾਂ ਪਰਮਾਤਮਾ ਦੇ ਨਾਮ ਨੂੰ ਜਪਾਂਗੇ, ਸੁਣਾਂਗੇ, ਸੰਸਾਰ ਦੀ ਜਿਹੜੀਆਂ ਗੁੱਝੀਆਂ ਗੱਲਾਂ ਭੇਦ ਉਹ ਵੀ ਬੰਦੇ ਨੂੰ ਪਤਾ ਲੱਗ ਜਾਂਦੇ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਣ ਲੱਗੇ, ਜਿਹੜੇ ਪਰਮਾਤਮਾ ਦੇ ਭਗਤ ਹਮੇਸ਼ਾ ਖੇੜੇ ਦੇ ਵਿੱਚ, ਵਿਗਾਸ ਦੇ ਵਿੱਚ ਰਹਿੰਦੇ ਨੇ, ਹਮੇਸ਼ਾ ਹੀ ਆਨੰਦ ਦੇ ਵਿੱਚ ਰਹਿੰਦੇ ਨੇ। ਤੇ ਜਿਹੜਾ ਵੀ ਬੰਦਾ ਪਰਮਾਤਮਾ ਦੇ ਨਾਮ ਨੂੰ ਸੁਣਦਾ ਹੈ, ਮਹਾਰਾਜ ਕਹਿੰਦੇ ਸੁਣਿਆ ਦੁਖ ਪਾਪ ਕਾ ਨਾਸ਼, ਉਹਦੇ ਜਿਹੜੇ ਪਾਪ ਹੈ, ਦੁੱਖ ਹੈ, ਉਹ ਨਾਸ਼ ਹੋ ਜਾਂਦੇ ਨੇ। ਸਾਧ ਸੰਗਤ ਜੀ ਯਤਨ ਕਰੀਏ, ਜੋ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ ਕਿ ਇਹ ਸ਼ਰਵਣੋ ਮੇਰਿਓ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ ਜਿਸ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ ਸੱਚ ਅਲਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨੈ ਨੌ ਪਠਾਏ। ਕਹਿੰਦੇ ਅੰਮ੍ਰਿਤ ਰੂਪੀ ਇਹਨਾਂ ਕੰਨਾਂ ਦੇ ਨਾਲ ਨਾਮ ਸੁਣਿਆ ਜਾਵੇ। ਆਪ ਜੀ ਬਹੁਤ ਵਡਭਾਗੇ ਹੋ ਜੋ ਕਿ ਅੰਮ੍ਰਿਤ ਵੇਲੇ ਗੁਰੂ ਘਰ ਵਿਖੇ ਪਹੁੰਚ ਕਰਕੇ ਗੁਰੂ ਜੀ ਦੇ ਜਿੱਥੇ ਆਪ ਜੀ ਨੇ ਦਰਸ਼ਨ ਕੀਤੇ ਹੈ, ਉੱਥੇ ਸਾਧ ਸੰਗਤ ਜੀ ਪਰਮਾਤਮਾ ਦੀ ਵਿਚਾਰ, ਪਰਮਾਤਮਾ ਦੇ ਨਾਮ ਨੂੰ ਸ਼ਰਵਣ ਕੀਤਾ। ਗੁਰੂ ਕਿਰਪਾ ਕਰੇ, ਆਪ ਸਭਨਾਂ ਜੀਆਂ ਨੂੰ ਤੰਦਰੁਸਤੀ, ਪਰਿਵਾਰਾਂ ਦੇ ਵਿੱਚ ਚੜ੍ਹਦੀ ਕਲਾ ਸਤਿਗੁਰੂ ਜੀ ਆਪ ਬਖਸ਼ਣ, ਰਹਿਮਤ ਕਰਨ, ਬੱਚਿਆਂ ਨੂੰ ਨਾਮ ਦੀ ਦਾਤ ਬਖਸ਼ਣ। ਤੇ ਆਪ ਜੀ ਨੂੰ ਬੇਨਤੀ ਹੈ ਸਾਧ ਸੰਗਤ ਜੀ, ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ। ਹੈ ਔਖਾ ਹੈ, ਬੜੀ ਔਖੀ ਗੱਲ ਹੈ ਸਾਧ ਸੰਗਤ ਜੀ। ਆਪਾਂ ਬੱਚਿਆਂ ਕੋਲੋਂ ਹੋਰ ਸਾਰੇ ਕੰਮ ਮਾਰ ਕੁੱਟ ਕੇ ਕਰਾ ਲੈਂਦੇ ਹਾਂ। ਜੇ ਬੱਚਾ ਘਰ ਦਾ ਕੰਮ ਨਾ ਕਰੇ ਨਾ, ਮਾਂ ਡੰਡਾ ਚੱਕ ਕੇ ਮਗਰ ਹੋ ਜਾਂਦੀ ਹੈ। ਜੇ ਕਹਿਣਾ ਨਾ ਮੰਨੇ ਤਾਂ ਵੀ ਮਾਂ ਦਬ ਕੇ ਮਾਰਦੀ ਹੈ। ਮੈਂ ਇੱਕ ਬੇਨਤੀ ਕਰਾਂ, ਜੇ ਮਾਮਾ ਇਸ ਗੱਲ ਨੂੰ ਸੁਚੇਤ ਹੋ ਜਾਣਾ, ਸਾਧ ਸੰਗਤ ਜੀ ਪਿਛਲੀ ਸੰਗਰਾਂਦ ਨੂੰ ਬੇਨਤੀ ਕਰਕੇ ਗਿਆ ਸੀ, ਬੱਚੇ ਦੇ ਮੋਹਰੇ ਤੁਹਾਨੂੰ ਪਹਿਲਾਂ ਆਪ ਕੰਮ ਕਰਨਾ ਹੀ ਪੈਣਾ ਹੈ। ਬੱਚਾ ਰੀਸ ਤੁਹਾਡੀ ਲਾਜ਼ਮ ਕਰੇਗਾ। ਜੇ ਤੁਸੀਂ ਆਪ ਗੁਟਕਾ ਸਾਹਿਬ ਫੜ ਕੇ ਬੈਠੋ ਜਾਂ ਆਪ ਤੁਸੀਂ ਨਹੀਂ ਪੜ੍ਹਨੇ ਆਉਂਦਾ ਨਾ, ਸਤਿਗੁਰੂ ਗੁਰੂ ਪਾਤਸ਼ਾਹ ਜੀ ਦਾ ਵਚਨ ਹੈ ਇੱਕ, ਮਹਾਰਾਜ ਆਖਦੇ ਨੇ ਕਿ ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਜੇ ਕੋਈ ਬੰਦਾ ਪੜ੍ਹਿਆ ਵੀ ਨਹੀਂ ਨਾ, ਕਿਸੇ ਨੂੰ ਪਾਠ ਨਹੀਂ ਕਰਨੇ ਆਉਂਦਾ, ਮਹਾਰਾਜ ਕਹਿੰਦੇ ਜੇ ਉਹ ਵੀ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੇ ਨਾ, ਉਹ ਵੀ ਪਰਮਗਤੀ ਪ੍ਰਾਪਤ ਕਰ ਸਕਦਾ ਹੈ। ਜੇ ਤੁਸੀਂ ਬੈਠ ਕੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬੈਠੋਗੇ, ਤੁਹਾਡੇ ਬੱਚੇ ਤੁਹਾਨੂੰ ਦੇਖਣਗੇ, ਉਹ ਵੀ ਇੱਕ ਨਾ ਇੱਕ ਦਿਨ ਜ਼ਰੂਰ ਤੁਹਾਡੇ ਮਗਰ ਲੱਗਣਗੇ। ਹਿੰਮਤ ਪਹਿਲਾਂ ਤੁਹਾਨੂੰ ਆਪ ਕਰਨੀ ਪੈਣੀ ਹੈ। ਜੇ ਆਪਾਂ ਆਪਣਾ ਭਵਿੱਖ ਚੰਗਾ ਚਾਹੁੰਦੇ, ਨਹੀਂ ਤਾਂ ਸੰਸਾਰ ਦੇ ਜਿਹੜੇ ਹਾਲਾਤ ਬੜੇ ਮੰਦਭਾਗੇ ਹੋ ਗਏ। ਸਾਧ ਸੰਗਤ ਜੀ ਇੱਕ ਤਾਂ ਜਿਹੜਾ ਕਤਲ ਹੈ ਉਹ ਸ਼ਰੇਆਮ ਹੋਣ ਲੱਗ ਪਿਆ। ਬੱਚਿਆਂ, ਛੋਟੇ ਛੋਟੇ ਬੱਚਿਆਂ ਦਾ ਅੱਜ ਕਤਲ ਹੋ ਰਿਹਾ ਹੈ ਸਾਧ ਸੰਗਤ ਜੀ। ਤੇ ਜਿਹੜੇ ਸਾਡੇ ਬੱਚੇ ਆ ਉਹ ਨਸ਼ਿਆਂ ਮਗਰ ਤੁਰੇ ਪਏ ਨਾ। ਮਾਪਿਆਂ ਦਾ ਜੀਣਾ ਦੁੱਭਰ ਹੋ ਗਿਆ। ਇੱਕ ਮਹਿੰਗਾਈ ਇੰਨੀ ਹੋ ਗਈ, ਸੰਸਾਰ ਦੇ ਹਾਲਾਤ ਇੰਨੇ ਖਰਾਬ ਹੋਏ, ਘਰ ਦੇ ਖਰਚੇ ਬੜੀ ਮੁਸ਼ਕਲ ਚੱਲਦੇ ਆ, ਤੇ ਸਾਡੇ ਬੱਚੇ ਸਾਧ ਸੰਗਤ ਨਸ਼ਿਆਂ ਦੇ ਸਮੁੰਦਰ ਦੇ ਵਿੱਚ ਡਿੱਗਦੇ ਪਏ ਆ। ਸਮਾਂ ਹੈ, ਤੁਸੀਂ ਰੋਕ ਸਕਦੇ ਹੋ। ਪਹਿਲਾਂ ਆਪ ਹਿੰਮਤੀ ਹੋ ਜਾਓ। ਜੇ ਆਪ ਹਿੰਮਤੀ ਹੋਗੇ ਤਾਂ ਰੁਕਣਾ, ਨਹੀਂ ਤਾਂ ਸਾਧ ਸੰਗਤ ਜੀ ਫਿਰ ਤਾਂ ਪਤਾ ਹੀ ਹੈ ਨਸ਼ੇ ਵਾਲੇ ਬੰਦੇ ਦਾ ਕੀ ਉਹ ਹਾਲ ਹੁੰਦਾ। ਨਾ ਉਹਨੂੰ ਮਾਂ ਦਾ ਪਤਾ, ਨਾ ਭੈਣ ਦਾ ਪਤਾ, ਨਾ ਭਰਾ ਦਾ ਪਤਾ। ਉਹਨੇ ਤਾਂ ਜਿੱਥੇ ਦੇਖਣਾ ਉੱਥੇ ਬੇਇੱਜ਼ਤੀ ਕਰ ਦੇਣੀ, ਜਿੱਥੇ ਦੇਖਣਾ ਸਾਧ ਸੰਗਤ ਜੀ ਉੱਥੇ ਉਹਨੇ ਛਿੱਤਰ ਚੱਕ ਕੇ ਖੜਾ ਹੋ ਜਾਂਦਾ, ਕਿਉਂਕਿ ਸੁਰਤੀ ਟਿਕਾਣੇ ਨਹੀਂ ਹੈ ਨਾ। ਸਾਨੂੰ ਆਪ ਤਕੜੇ ਹੋਣੇ ਪੈਣਾ। ਇਸ ਕਰਕੇ ਬੇਨਤੀ ਹੈ ਸਾਧ ਸੰਗਤ ਜੀ, ਤਕੜੇ ਹੋ ਕੇ ਗੁਰੂ ਦਾ ਨਾਮ ਜਪੋ। ਬੱਚਿਆਂ ਨੂੰ ਵੀ ਗੁਰੂ ਘਰ ਵਿਖੇ ਲੈ ਕੇ ਆਇਆ ਕਰੋ। ਅੱਜ ਸਾਧ ਸੰਗਤ ਜੀ ਅੱਜ ਥੋੜ੍ਹੇ ਜਿਹੇ ਆਪ ਜੀ ਲੇਟ ਹੋ ਗਏ। ਬੇਨਤੀ ਹੈ ਕਿ ਆਪ ਜੀ ਕੋਸ਼ਿਸ਼ ਕਰੋ ਕਿ 5 ਵਜੇ ਕਥਾ ਸ਼ੁਰੂ ਹੁੰਦੀ ਹੈ, 5 ਵਜੇ ਆਪ ਜੀ
ਪਹੁੰਚ ਜਾਇਆ ਕਰੋ, ਤਾਂ ਕਿ ਘੰਟਾ ਕੁ ਲੱਗਦਾ ਸਾਡਾ, ਘੰਟੇ ਕੁ ਵਿੱਚ ਆਪਾਂ ਬੈਠ ਕੇ ਵਿਚਾਰ ਕਰ ਸਕੀਏ ਗੁਰਬਾਣੀ ਦੀ। ਸੋ ਭੁੱਲ ਚੁੱਕ ਦੀ ਖਿਮਾ ਕਰਨੀ, ਅਗਲੇਰੀ ਵਿਚਾਰ ਆਪਾਂ ਕੱਲ੍ਹ ਕਰਾਂਗੇ ਜੀ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣੇ ਆਈਆਂ, ਸ਼ਬਦ ਉਤਮ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ। ਸਭ ਸਵਾਰਨਾ ਸਭਨਾ ਗੱਲਾਂ ਸਮਰ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਗਿਆਨਾ ਜੀ ਕਰ ਤੇਰੇ। ਕਰਤਾ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਰ ਸਦਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਨਿਸ਼ਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ। ਗੁਰੂ ਬਿਟ ਹਉ ਜੇ ਸਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਜਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਠ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਾਰੇ ਅਨਹਦ ਵਾਜੇ। ਅਨੰਦ ਸੁਣਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸਚੀ ਬਾਣੀ। ਸੰਤ ਸਾਜਨ ਪਹਿ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰਦਾਸ ਹਮਾਰ, ਜੀਉ ਪਿੰਡ ਸਭ ਤੇਰਾ। ਨਾਨਕ